पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਫਤਿਹ ਕਰਦੀ ਹਾਂ जी। वाहिगुरू जी का खालसा वाहिगुरू जी की फतेह। किताब 1984 अणचितव्या कहर भाग 10वां पन्ना नंबर 159। सिख प्रतिकर्म संभावनावां ते सीमताइयां। किसी भाईचारे नूं जद इतिहास के किसी मोड़ उत्ते समकाली हुक्मरान वर्ग के वैशी जुल्मां दा सामना करना पै जांदा है तां उस अंदर दो तरह के प्रतिकर्म दीआं संभावनावां पैदा हो जांदियां हन। ਉਹ ਜਾਂ ਤਾਂ ਪਹਿਲਾਂ ਨਾਲੋਂ ਵੀ ਵਧੇਰੇ ਇਕਜੁੱਟ ਤੇ ਸਦਕਵਾਨ ਹੋ ਜਾਂਦਾ ਹੈ ਅਤੇ ਜਾਂ ਫਿਰ ਦਬਾਅ ਹੇਠ ਆ ਕੇ ਖਿੰਡ ਪੁੰਡ ਜਾਂਦਾ ਹੈ। ਇਹ ਗੱਲ ਮਜ਼ਲੂਮ ਭਾਈਚਾਰੇ ਦੀ ਇਕਜੁੱਟਤਾ, ਪ੍ਰਤੀਬੱਧਤਾ, ਚੇਤਨਾ ਤੇ ਲੀਡਰਸ਼ਿਪ ਦੀ ਗੁਣਵੰਤਾ ਆਦਿ ਕਈ ਸਾਰੇ ਤੱਥਾਂ ਤੇ ਨਿਰਭਰ ਕਰਦੀ ਹੈ। ਪਹਿਲੇ ਤੇ ਦੂਜੇ ਕਾਂਡ ਵਿੱਚ ਖਾਲਸਾ ਪੰਥ ਦੇ ਕੌਮੀ ਚਰਿੱਤਰ ਦੀਆਂ ਕੁਝ ਉਗੜਵੀਆਂ ਵਿਸ਼ੇਸ਼ਤਾਵਾਂ ਤੇ ਉਸ ਦੀਆਂ ਇਤਿਹਾਸਕ ਰਵਾਇਤਾਂ ਦਾ ਜੋ ਖਾਕਾ ਪੇਸ਼ ਕੀਤਾ ਗਿਆ ਹੈ ਉਸ ਤੋਂ ਇੱਕ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਸਿੱਖ ਹੋਰ ਜੋ ਮਰਜ਼ੀ ਬਰਦਾਸ਼ਤ ਕਰ ਲੈਣ ਪਰ ਉਹਨਾਂ ਕੋਲੋਂ ਆਪਣੇ ਗੁਰਧਾਮਾਂ ਖਾਸ ਕਰਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਸਹਿਣ ਨਹੀਂ ਕੀਤੀ ਜਾਂਦੀ। ਇਸ ਵਿਰੁੱਧ ਸਿੱਖ ਕੌਮ ਅੰਦਰ ਅਟੱਲ ਤੌਰ ਤੇ ਆਪ ਮੁਹਾਰਾ ਰੋਹ ਜਾਗ ਪੈਂਦਾ ਹੈ ਅਤੇ ਸਿੱਖਾਂ ਅੰਦਰ ਪਾਪੀਆਂ ਨੂੰ ਸਜ਼ਾ ਦੇਣ ਦੀ ਅਮੋੜ ਰੁਚੀ ਪੈਦਾ ਹੋ ਜਾਂਦੀ ਹੈ। ਇਹ ਇੱਕ ਅਟੱਲ ਸੱਚਾਈ ਹੈ ਜੋ ਹਰ ਕਾਲ ਅਤੇ ਸਥਿਤੀ ਉੱਤੇ ਬਰਾਬਰ ਲਾਗੂ ਹੁੰਦੀ ਰਹੀ ਹੈ, ਪਰ ਹਰ ਕਾਲ ਅਤੇ ਸਥਿਤੀ ਦਾ ਆਪਣਾ ਇੱਕ ਵਿਸ਼ੇਸ਼ ਸੱਚ ਹੁੰਦਾ ਹੈ ਜੋ ਉਸ ਵਿਸ਼ੇਸ਼ ਮੌਕੇ ਤੇ ਉਪਰੋਕਤ ਅਟੱਲ ਸੱਚਾਈ ਦੇ ਠੋਸ ਇਜ਼ਹਾਰ ਉੱਤੇ ਆਪਣੀ ਗਹਿਰੀ ਛਾਪ ਛੱਡਦਾ ਹੈ। ਇਸ ਕਰਕੇ ਜੂਨ 1984 ਵਿੱਚ ਭਾਰਤੀ ਰਾਜ ਦੁਆਰਾ ਸ਼੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਵਿਰੁੱਧ ਸਿੱਖ ਪੰਥ ਅੰਦਰ ਪੈਦਾ ਹੋਏ ਪ੍ਰਤੀਕਰਮ ਦੀ ਵਿਸ਼ੇਸ਼ਤਾ ਨੂੰ ਸਮਝਣ ਲਈ ਇਸ ਹਮਲੇ ਦੇ ਠੋਸ ਪ੍ਰਸੰਗ ਨੂੰ ਧਿਆਨ ਵਿੱਚ ਰੱਖਣਾ ਅਤੇ ਇਸ ਦੇ ਪ੍ਰਮੁੱਖ ਲੱਛਣਾਂ ਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੋ ਜਾਂਦੀ ਹੈ। ਇਹ ਹਮਲਾ 18ਵੀਂ ਸਦੀ ਦੇ ਮੁਗਲਾਂ ਤੇ ਅਫਗਾਨੀਆਂ ਦੇ ਹਮਲਿਆਂ ਨਾਲੋਂ ਕਈ ਅਹਿਮ ਪੱਖਾਂ ਤੋਂ ਭਿੰਨ ਸੀ। ਸਭ ਨਾਲੋਂ ਬੁਨਿਆਦੀ ਤੇ ਅਹਿਮ ਫਰਕ ਇਹ ਸੀ ਕਿ 18ਵੀਂ ਸਦੀ ਦੇ ਧਾੜਵੀਆਂ ਦੇ ਸਿੱਖ ਦੁਸ਼ਮਣ ਖਾਸੇ ਤੇ ਨਾਪਾਕ ਇਰਾਦਿਆਂ ਬਾਰੇ ਖਾਲਸਾ ਪੂਰੀ ਤਰ੍ਹਾਂ ਸੁਚੇਤ ਵੀ ਸੀ ਤੇ ਇੱਕਮਤ ਵੀ। ਧਾੜਵੀਆਂ ਨਾਲ ਆਪਣੇ ਰਿਸ਼ਤੇ ਬਾਰੇ ਖਾਲਸਾ ਪੰਥ ਦੀਆਂ ਸਫਾਂ ਅੰਦਰ ਉੱਕਾ ਹੀ ਕੋਈ ਬੇਯਕੀਨੀ ਤੇ ਘਚੋਲਾ ਨਹੀਂ ਸੀ। ਖਾਲਸਾ ਉਹਨਾਂ ਨੂੰ ਦੁਸ਼ਮਣ ਤੇ ਬੇਗਾਨੇ ਮੰਨ ਕੇ ਚੱਲਦਾ ਸੀ, ਜਿਸ ਕਰਕੇ ਬੇਗਾਨੇ ਦੁਸ਼ਮਣਾਂ ਦੀਆਂ ਜ਼ੋਰਾਵਰੀਆਂ ਖਾਲਸਾ ਸਫਾ ਅੰਦਰ ਨਿਰੋਲ ਗੁੱਸਾ ਤੇ ਰੋਹ ਪੈਦਾ ਕਰਦੀਆਂ ਸਨ। ਦੁਬਿਧਾ ਤੇ ਭੰਬਲ ਭੂਸੇ ਦੀ ਕੋਈ ਵੀ ਵਜ੍ਹਾ ਤੇ ਜਗ੍ਹਾ ਨਹੀਂ ਸੀ ਹੁੰਦੀ। ਹਰ ਹਮਲੇ ਤੋਂ ਬਾਅਦ ਖਾਲਸਾ ਆਪਣੇ ਦੁਸ਼ਮਣਾਂ ਵਿਰੁੱਧ ਪਹਿਲਾਂ ਨਾਲੋਂ ਵੀ ਵੱਧ ਇਕਜੁੱਟ ਤੇ ਇਕਚਿੱਤ ਹੋ ਕੇ ਲੜਾਈ ਦੇ ਮੈਦਾਨ ਵਿੱਚ ਕੁੱਦ ਪੈਂਦਾ ਸੀ। ਇਸ ਦੀ ਤੁਲਨਾ ਵਿੱਚ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਵਾਲੇ ਹਾਕਮ ਵਰਗ ਦੇ ਮੂਲ ਚਰਿੱਤਰ ਤੇ ਮਨੋਰਥਾਂ ਬਾਰੇ ਸਿੱਖ ਕੌਮ ਅੰਦਰ ਸਪਸ਼ਟਤਾ ਤੇ ਇੱਕਮਤਤਾ ਨਹੀਂ ਸੀ। ਸਿੱਖ ਹਿੰਦੂ ਹਾਕਮਾਂ ਨੂੰ ਮੁਗਲਾਂ ਤੇ ਅਫਗਾਨੀਆਂ ਦੀ ਤਰ੍ਹਾਂ ਬੇਗਾਨੇ ਤੇ ਦੁਸ਼ਮਣ ਤਸੱਵਰ ਨਹੀਂ ਸੀ ਕਰਦੇ। ਉਹ ਉਹਨਾਂ ਨੂੰ ਆਪਣੇ ਸਕੇ ਸਮਝਦੇ ਆ ਰਹੇ ਸਨ। ਜਦੋਂ ਕੋਈ ਆਪਣਾ ਸਕਾ ਦੁਸ਼ਮਣ ਬਣ ਕੇ ਪੇਸ਼ ਆਉਂਦਾ ਹੈ ਤਾਂ ਉਸ ਉੱਤੇ ਨਿਰਾ ਗੁੱਸਾ ਨਹੀਂ ਆਉਂਦਾ। ਇਸ ਗੁੱਸੇ ਵਿੱਚ ਗਮ, ਸਦਮੇ ਤੇ ਬੇਯਕੀਨੀ ਦੇ ਜ਼ੋਰਾਵਰ ਅੰਸ਼ਾਂ ਦੀ ਰਲਾਵਟ ਹੁੰਦੀ ਹੈ। ਹਿੰਦੂ ਵਰਗ ਬਾਰੇ ਸਿੱਖਾਂ ਨੇ ਆਪਣੇ ਮਨਾਂ ਵਿੱਚ ਚਿਰਾਂ ਤੋਂ ਜੋ ਭਰਮ ਗਰਸੀਆਂ ਧਾਰਨਾਵਾਂ ਬਣਾ ਰੱਖੀਆਂ ਸਨ ਉਹਨਾਂ ਨੂੰ ਇੱਕਦਮ ਬਦਲ ਲੈਣਾ ਆਸਾਨ ਕਿਰਿਆ ਨਹੀਂ ਸੀ। ਸਿੱਖਾਂ ਨੇ ਹਿੰਦੂ ਸਮਾਜ ਨਾਲ ਜਿੰਨੀਆਂ ਗੂੜੀਆਂ ਅਤੇ ਬਹੁਪਰਤੀ ਸਾਂਝਾਂ ਪਾ ਰੱਖੀਆਂ ਹੋਈਆਂ ਸਨ ਉਹਨਾਂ ਨੂੰ ਇੱਕੋ ਝਟਕੇ ਨਾਲ ਤੋੜ ਦੇਣਾ ਕੋਈ ਸੁਖਾਲੀ ਗੱਲ ਨਹੀਂ ਸੀ। ਇਹ ਤੱਥ ਦਰਬਾਰ ਸਾਹਿਬ ਉੱਤੇ ਹਿੰਦੂ ਹਮਲੇ ਵਿਰੁੱਧ ਪੈਦਾ ਹੋਏ ਸਿੱਖ ਪ੍ਰਤੀਕਰਮ ਉੱਤੇ ਲਗਾਤਾਰ ਆਪਣਾ ਕਾਲਾ ਪਰਛਾਵਾਂ ਛੱਡਦੇ ਰਹੇ। ਜੂਨ 1984 ਦੇ ਘਟਨਾਕ੍ਰਮ ਦਾ ਇੱਕ ਹੋਰ ਵਿਸ਼ੇਸ਼ ਪ੍ਰਸੰਗ ਇਹ ਹੈ ਕਿ ਇਹ ਨੌਬਤ ਅਚਾਨਕ ਖਿਲਾਅ 'ਚੋਂ ਪ੍ਰਗਟ ਨਹੀਂ ਸੀ ਹੋਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭ ਕੀਤਾ ਗਿਆ ਧਰਮ ਯੁੱਧ ਮੋਰਚਾ ਜੇਕਰ ਰਵਾਇਤੀ ਅਕਾਲੀ ਰਾਜਨੀਤੀ ਦੀ ਮਰਿਆਦਾ ਦਾ ਹੀ ਪਾਬੰਦ ਰਿਹਾ ਹੁੰਦਾ ਤਾਂ ਘਟਨਾਵਾਂ ਨੇ ਲਾਜ਼ਮੀ ਇਹੋ ਰੁਖ ਅਖਤਿਆਰ ਨਹੀਂ ਸੀ ਕਰਨਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਿੱਖ ਰਾਜਨੀਤੀ ਵਿੱਚ ਪ੍ਰਵੇਸ਼ ਕਰਨਾ ਅਤੇ ਰਵਾਇਤੀ ਅਕਾਲੀ ਰਾਜਨੀਤੀ ਦੇ ਟਾਕਰੇ ਵਿੱਚ ਆਪਣੀ ਵੱਖਰੀ ਤੇ ਵਿਲੱਖਣ ਪੰਥਕ ਰਾਜਸੀ ਵਿਚਾਰਧਾਰਾ ਦਾ ਪਰਚਮ ਲਹਿਰਾਉਣਾ ਅਤੇ ਇਸ ਉੱਤੇ ਸਾਬਤ ਕਦਮੀ ਨਾਲ ਪਹਿਰਾ ਦਿੰਦੇ ਹੋਏ ਇਸ ਦੀ ਲਗਾਤਾਰ ਦ੍ਰਿੜਤਾ ਤੇ ਤੀਬਰ ਜੋਸ਼ ਨਾਲ ਪੈਰਵਾਈ ਕਰਨੀ, ਇਹ ਵਰਤਾਰਾ ਕਿਸੇ ਵੀ ਲਿਹਾਜ਼ ਨਾਲ ਮਾਮੂਲੀ ਜਾਂ ਰਿਵਾਜੀ ਨਹੀਂ ਸੀ। ਸਿਰਫ ਇਹੀ ਨਹੀਂ ਕਿ 6 ਜੂਨ ਦੀ ਹੋਣੀ ਭਰੀ ਸਵੇਰ ਤੱਕ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਕਰਨ ਲਈ
ਭਾਰਤੀ ਰਾਜ ਦੀਆਂ ਧਾੜਵੀ ਫੌਜਾਂ ਦਾ ਸੂਰਮ ਗਤੀ ਨਾਲ ਟਾਕਰਾ ਕਰਦੇ ਹੋਏ ਅਕਾਲ ਤਖਤ ਦੇ ਸਾਹਮਣੇ ਸ਼ਹੀਦ ਹੋ ਗਏ ਸਨ। ਉਹ ਰਾਜਸੀ ਘਟਨਾਵਾਂ ਦੇ ਵਹਿਣ ਨੂੰ ਫੈਸਲਾਕੁੰਨ ਢੰਗ ਨਾਲ ਪ੍ਰਭਾਵਿਤ ਤੇ ਨਿਰਧਾਰਿਤ ਕਰਦੇ ਰਹੇ ਸਨ। ਸ਼ਹਾਦਤ ਤੋਂ ਬਾਅਦ ਵੀ ਘੱਟੋ ਘੱਟ ਇੱਕ ਦਹਾਕੇ ਤਾਈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪ੍ਰੇਰਨਾਮਈ ਬਿੰਬ ਸਿੱਖ ਰਾਜਨੀਤੀ ਦਾ ਰੁਖ ਤੇ ਰੂਪ ਤੈਅ ਕਰਨ ਵਿੱਚ ਨਿਰਣਾਇਕ ਅੰਸ਼ ਬਣਿਆ ਰਿਹਾ। ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਸਿੱਖ ਸਮਾਜ ਦਾ ਕੋਈ ਵੀ ਅੰਗ ਅਤੇ ਸਿੱਖ ਸਰਗਰਮੀ ਦਾ ਕੋਈ ਵੀ ਖੇਤਰ ਇਸ ਤੱਥ ਦੇ ਪ੍ਰਭਾਵ ਤੋਂ ਸੁਰਖਰੂ ਨਹੀਂ ਸੀ ਰਿਹਾ। ਹਮਲੇ ਉਪਰੰਤ ਸਿੱਖ ਕੌਮ ਦੇ ਭਾਵਨਾਤਮਕ ਸੰਚਾਰ ਅੰਦਰ ਜੋ ਜਵਾਰ ਭਾਟੇ ਆਏ, ਪੰਥ ਅੰਦਰ ਜੋ ਸਿਧਾਂਤਕ ਸਫਬੰਦੀ ਤੇ ਰਾਜਨੀਤਿਕ ਉਥਲ-ਪੁਥਲ ਹੋਈ, ਪੰਥਕ ਜਥੇਬੰਦੀ ਦੇ ਖੇਤਰ ਅੰਦਰ ਟੁੱਟ ਭੱਜ ਤੇ ਨਵ ਉਸਾਰੀ ਦਾ ਜੋ ਅਮਲ ਚੱਲਿਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹਵਾਲੇ ਤੋਂ ਬਿਨਾਂ ਉਸ ਬਾਰੇ ਕੋਈ ਵੀ ਠੀਕ ਧਾਰਨਾ ਬਣਾ ਸਕਣੀ ਕਤਈ ਸੰਭਵ ਨਹੀਂ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵੱਖਰੀ ਤੇ ਵਿਲੱਖਣ ਰਾਜਸੀ ਵਿਚਾਰਧਾਰਾ ਦਾ ਸਭ ਨਾਲੋਂ ਪ੍ਰਮੁੱਖ ਲੱਛਣ ਇਹ ਸੀ ਕਿ ਉਸਨੇ ਆਪਣੇ ਅਨੁਭਵ ਦੇ ਜ਼ਰੀਏ ਹਿੰਦੂ ਵਰਗ ਦੀ ਫਿਰਕੂ ਫਿਤਰਤ ਤੇ ਮਾਨਸਿਕਤਾ ਨੂੰ ਇਸ ਦੇ ਅਸਲੀ ਨੰਗੇ ਰੂਪ ਵਿੱਚ ਪਛਾਣ ਲਿਆ ਸੀ ਅਤੇ ਭਾਰਤੀ ਰਾਜ ਦੇ ਮੂਲ ਚਰਿੱਤਰ ਤੇ ਆਚਾਰ ਵਿਹਾਰ ਉੱਤੇ ਇਸ ਸੱਚਾਈ ਦੇ ਨਿਰਣਾਕਾਰੀ ਪ੍ਰਭਾਵਾਂ ਦੀ ਹਕੀਕਤ ਨੂੰ ਉਸਨੇ ਬਰੀਕੀ ਨਾਲ ਸਮਝ ਲਿਆ ਸੀ। 20ਵੀਂ ਸਦੀ ਦੇ ਆਰੰਭ ਤੋਂ ਲੈ ਕੇ ਇਸ ਦੇ ਆਖਰੀ ਪੜਾਅ ਤੱਕ ਸਾਰੇ ਹੀ ਦੌਰਾਂ ਅੰਦਰ ਅਕਾਲੀ ਲੀਡਰਸ਼ਿਪ ਦੇ ਸਾਰੇ ਹੀ ਵਰਗਾਂ ਦੀ ਸਾਂਝੀ ਸਿਧਾਂਤਕ ਮਰਜ਼ ਜਾਂ ਸੀਮਤਾਈ ਇਹ ਸੀ ਕਿ ਉਹ ਇਸ ਸੱਚਾਈ ਦੀ ਪਛਾਣ ਅੰਸ਼ਕ ਰੂਪ ਵਿੱਚ ਹੀ ਕਰ ਸਕੇ ਸਨ। ਉਹਨਾਂ ਨੂੰ ਇਸ ਦਾ ਪੂਰਾ ਬੋਧ ਕਦੇ ਨਹੀਂ ਸੀ ਹੋਇਆ। ਇਸ ਵਜ੍ਹਾ ਕਰਕੇ ਉਹ ਹਿੰਦੂ ਹਾਕਮ ਵਰਗ ਵੱਲੋਂ ਸਿੱਖ ਕੌਮ ਨਾਲ ਕੀਤੇ ਜਾਂਦੇ ਰਹੇ ਵਿਤਕਰਿਆਂ ਤੇ ਧੱਕੇ ਧੌੜਿਆਂ ਦੇ ਖਿਲਾਫ ਸੰਘਰਸ਼ ਤਾਂ ਕਰਦੇ ਰਹੇ, ਪਰ ਹਿੰਦੂ ਵਰਗ ਦੇ ਹਕੀਕੀ ਕਿਰਦਾਰ ਤੇ ਭਾਰਤੀ ਰਾਜ ਦੀ ਅਸਲੀ ਖਸਲਤ ਨੂੰ ਬੁੱਝਣ ਵਿੱਚ ਉਹ ਲਗਾਤਾਰ ਟਪਲਾ ਖਾ ਜਾਂਦੇ ਰਹੇ। ਸਿੱਟੇ ਵਜੋਂ ਉਹ ਭਾਰਤੀ ਰਾਜ ਅੰਦਰ ਸਿੱਖ ਕੌਮ ਦੀ ਸਥਿਤੀ ਅਤੇ ਉਸ ਨੂੰ ਦਰਪੇਸ਼ ਖਤਰਿਆਂ ਬਾਰੇ ਕਦੇ ਵੀ ਪੂਰੀ ਠੀਕ ਅਤੇ ਯਥਾਰਥ ਮੁਖੀ ਸਮਝ ਨਾ ਬਣਾ ਸਕੇ। ਅੰਤਰ ਦ੍ਰਿਸ਼ਟੀ ਦਾ ਇਹ ਵਖਰੇਵਾਂ ਹੀ ਸੀ ਕਿ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਭਾਰਤੀ ਰਾਜ ਦੇ ਜਮਹੂਰੀਅਤ ਤੇ ਧਰਮ ਨਿਰਪੱਖਤਾ ਦੇ ਦੰਭ ਨੂੰ ਪਛਾਣਨ ਵਿੱਚ ਰਤੀ ਦੇਰ ਤੇ ਉਕਾਈ ਨਾ ਕੀਤੀ, ਉੱਥੇ ਅਕਾਲੀ ਆਗੂ ਲਗਾਤਾਰ ਇਸ ਮਾਇਆ ਜਾਲ ਦੇ ਕੈਦੀ ਤੇ ਸ਼ਿਕਾਰ ਬਣੇ ਰਹੇ। ਧਰਮ ਯੁੱਧ ਮੋਰਚੇ ਦੇ ਸਾਰੇ ਅਮਲ ਦੌਰਾਨ ਇਹਨਾਂ ਸਿਧਾਂਤਕ ਮੁੱਦਿਆਂ ਤੇ ਸੰਤ ਜਰਨੈਲ ਸਿੰਘ ਦੀ ਅਕਾਲੀ ਆਗੂਆਂ ਨਾਲ ਲਗਾਤਾਰ ਖੜਕਦੀ ਰਹੀ। ਉਹ ਰੋਜ਼ਾਨਾ ਜ਼ਿੰਦਗੀ ਦੀਆਂ ਠੋਸ ਵਾਰਦਾਤਾਂ ਦੇ ਹਵਾਲੇ ਦੇ ਕੇ ਆਪਣੀਆਂ ਧਾਰਨਾਵਾਂ ਦੀ ਪੱਖ ਪੁਸ਼ਟੀ ਕਰਦੇ ਰਹੇ, ਪਰ ਅਕਾਲੀ ਲੀਡਰਸ਼ਿਪ ਤੇ ਸਿਧਾਂਤਕ ਨਜ਼ਰੀਏ ਅੰਦਰਲਾ ਭੈਂਗ ਬਦਸਤੂਰ ਬਣਿਆ ਰਿਹਾ। ਸਿਰਫ ਅਕਾਲੀ ਆਗੂਆਂ ਦੀ ਗੱਲ ਨਹੀਂ, ਸਿੱਖ ਸਮਾਜ ਅੰਦਰ ਇਸ ਤਰ੍ਹਾਂ ਦੀ ਸੋਚ ਦੇ ਮੁਰੀਦਾਂ ਦਾ ਘੇਰਾ ਕਾਫੀ ਵਿਸ਼ਾਲ ਹੈ। ਰਾਜਨੀਤੀ, ਫੌਜ, ਪ੍ਰਸ਼ਾਸਨ, ਨਿਆਂਪਾਲਿਕਾ, ਵਣਜ ਵਪਾਰ, ਸਿੱਖਿਆ ਤੇ ਪੱਤਰਕਾਰੀ ਆਦਿ ਖੇਤਰਾਂ ਵਿੱਚ ਵਿਸ਼ੇਸ਼ ਰੁਤਬੇ ਤੇ ਹੱਕ ਸਹੂਲਤਾਂ ਮਾਨਣ ਵਾਲੇ ਸਿੱਖਾਂ ਦੀ ਸੋਚ ਉੱਤੇ ਇਸ ਵਿਚਾਰਧਾਰਾ ਦਾ ਅਸਰ ਬਹੁਤ ਗੂੜਾ ਹੈ ਤੇ ਚੀੜਾ ਵੀ। ਇਸ ਤੋਂ ਇਲਾਵਾ ਵੀ ਸਿੱਖ ਸਮਾਜ ਦੀਆਂ ਕੁਝ ਹੇਠਲੀਆਂ ਪਰਤਾਂ ਜਿਵੇਂ ਕਿ ਆਮ ਅਕਾਲੀ ਵਰਕਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਦਰਮਿਆਨੇ ਪੜ੍ਹੇ ਲਿਖੇ ਵਰਗਾਂ ਨੇ ਵੀ ਵੱਧ ਘੱਟ ਮਾਤਰਾ ਵਿੱਚ ਇਸ ਵਿਚਾਰਧਾਰਕ ਲਾਗ ਦਾ ਅਸਰ ਗ੍ਰਹਿਣ ਕੀਤਾ ਹੋਇਆ ਹੈ। ਇਸ ਤੱਥ ਨੇ ਵੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਉਪਰੰਤ ਪ੍ਰਗਟ ਹੋਏ ਸਿੱਖ ਪ੍ਰਤੀਕਰਮ ਉੱਤੇ ਤਕੜੀ ਮਾਤਰਾ ਵਿੱਚ ਆਪਣੇ ਨਕਾਰੀ ਪ੍ਰਭਾਵ ਛੱਡੇ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਵਾਰਦਾਤ ਨੇ ਦੁਨੀਆ ਵਿੱਚ ਵਸਦੇ ਹਰ ਸਿੱਖ ਦੀ ਆਤਮਾ ਤੇ ਮਾਨਸਿਕਤਾ ਉੱਤੇ ਗਹਿਰਾ ਅਸਰ ਕੀਤਾ। ਕੋਈ ਅਭਾਗਾ ਸਿੱਖ ਹੀ ਇਹਨਾਂ ਅਸਰਾਂ ਤੋਂ ਅਣਭਿੱਜ ਰਿਹਾ ਹੋਵੇਗਾ। ਹਮਲੇ ਦੀ ਖਬਰ ਸੁਣਦਿਆਂ ਹੀ ਦੇਸ਼ ਵਿਦੇਸ਼ ਅੰਦਰ ਸਿੱਖ ਜਗਤ ਅੰਦਰ ਰੋਸ ਤੇ ਗੁੱਸੇ ਦੀ ਪ੍ਰਚੰਡ ਲਹਿਰ ਪੈਦਾ ਹੋ ਗਈ ਸੀ। ਪੰਜਾਬ ਵਿੱਚ ਸਿੱਖਾਂ ਦੇ ਰੋਹ ਨੂੰ ਕਾਬੂ ਕਰਨ ਲਈ ਕਿਉਂ-ਜੋ ਲਾ ਮਿਸਾਲ ਪੈਮਾਨੇ ਤੇ ਫੌਜ ਤੈਨਾਤ ਕੀਤੀ ਹੋਈ ਸੀ ਅਤੇ ਲੋਕਾਂ ਦੇ ਆਪਣੇ ਘਰਾਂ ਚੋਂ ਬਾਹਰ ਨਿਕਲਣ ਉੱਤੇ ਬਹੁਤ ਹੀ ਸਖਤ ਰੋਕਾਂ ਲਾ ਦਿੱਤੀਆਂ ਗਈਆਂ ਸਨ। ਇਸ ਕਰਕੇ ਸਿੱਖ ਆਪਣਾ ਗੁੱਸਾ ਪ੍ਰਗਟ ਕਰਨ ਲਈ ਵੱਡੀ ਗਿਣਤੀ ਵਿੱਚ ਸੜਕਾਂ ਤੇ ਭਾਵੇਂ ਨਹੀਂ ਨਿਕਲ ਸਕੇ ਸਨ, ਪਰੰਤੂ ਕਰੋਧ ਦਾ ਜੋ ਲਾਵਾ ਉਹਨਾਂ ਦੇ ਹਿਰਦਿਆਂ ਅੰਦਰ ਜਮ੍ਹਾਂ ਹੋ ਗਿਆ ਸੀ, ਉਸ ਨੂੰ ਲੰਮਾ ਚਿਰ ਤੱਕ ਡੱਕ ਕੇ ਰੱਖ ਸਕਣਾ ਭਾਰਤੀ ਹਾਕਮਾਂ ਦੇ ਵੱਸ ਦੀ ਗੱਲ ਨਹੀਂ ਸੀ। ਵੈਸੇ ਹੱਦ ਦਰਜੇ ਦੀ ਹਕੂਮਤੀ ਦਹਿਸ਼ਤ ਤੇ ਸਖਤ ਪਾਬੰਦੀਆਂ ਦੇ ਬਾਵਜੂਦ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸਿੱਖਾਂ ਦੇ ਰੋਹ ਭਰੇ ਕਾਫਲੇ ਦਰਬਾਰ ਸਾਹਿਬ ਦੀ ਰੱਖਿਆ ਕਰਨ ਲਈ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਸਨ। 7 ਜੂਨ ਨੂੰ ਅਜਨਾਲਾ ਖੇਤਰ ਦੇ ਪਿੰਡਾਂ ਚੋਂ ਸਿੱਖਾਂ ਨੇ ਅਲੱਗ-ਅਲੱਗ ਗਰੁੱਪਾਂ ਵਿੱਚ ਇਕੱਠੇ ਹੋ ਕੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ ਸਨ।
ਰਾਜਾ ਸਾਂਸੀ ਵਿਖੇ ਜਦ ਇਹ ਸਾਰੇ ਗਰੁੱਪ ਇੱਕ ਜਗ੍ਹਾ ਇਕੱਤਰ ਹੋਏ ਤਾਂ ਉਹਨਾਂ ਦੀ ਸੰਖਿਆ 10,000 ਦੇ ਕਰੀਬ ਹੋ ਗਈ ਸੀ। ਜਦ ਇਹ ਦਲ ਕੇਂਦਰੀ ਜੇਲ੍ਹ ਦੇ ਕੋਲ ਪੁੱਜਾ ਤਾਂ ਇਸ ਉੱਤੇ ਫੌਜ ਨੇ ਗੋਲੀਆਂ ਦੀ ਵਿਛਾੜ ਕਰ ਦਿੱਤੀ, ਜਿਸ ਨਾਲ 50-60 ਦੇ ਕਰੀਬ ਸਿੰਘ ਮੌਕੇ ਤੇ ਹੀ ਸ਼ਹੀਦ ਹੋ ਗਏ ਸਨ। ਇਸੇ ਹੀ ਤਰ੍ਹਾਂ ਨਵਾਂ ਕੋਟ ਲਾਗੇ ਬਹੁਤ ਸਾਰੇ ਸਿੰਘਾਂ ਨੂੰ ਫੌਜ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਤਰਨਤਾਰਨ ਰੋਡ ਤੇ ਸ਼ਹਿਰੋਂ ਬਾਹਰ ਵੀ ਫੌਜ ਨੇ ਤੋਪ ਬੀੜ ਰੱਖੀ ਸੀ ਅਤੇ ਉੱਥੇ ਵੀ ਜਦ ਸਿੱਖਾਂ ਦੇ ਇੱਕ ਜਥੇ ਨੇ ਅੱਗੇ ਵਧਣ ਦਾ ਯਤਨ ਕੀਤਾ ਤਾਂ ਉਸ ਉੱਤੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਦਾ ਮੀਂਹ ਵਰਾ ਦਿੱਤਾ ਗਿਆ। ਇੱਥੇ ਵੀ ਸਿੰਘਾਂ ਦਾ ਤਕੜਾ ਜਾਨੀ ਨੁਕਸਾਨ ਹੋਇਆ। ਬਾਬਾ ਬਿਧੀ ਚੰਦ ਦੀ ਸੰਪਰਦਾ ਦੇ ਮੁਖੀ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਅਗਵਾਈ ਹੇਠ 30,000 ਤੋਂ ਉੱਪਰ ਸਿੱਖਾਂ ਦਾ ਜਥਾ ਜਦ ਝਬਾਲ ਤੋਂ ਅੱਗੇ ਅੰਮ੍ਰਿਤਸਰ ਵੱਲ ਵਧਣ ਲੱਗਾ ਤਾਂ ਫੌਜ ਨੇ ਟੈਂਕਾਂ ਨਾਲ ਰਾਹ ਡੱਕ ਕੇ ਇਸ ਜਥੇ ਨੂੰ ਅੱਗੇ ਵਧਣ ਤੋਂ ਰੋਕ ਲਿਆ। ਇਵੇਂ ਹੀ ਢੰਡ, ਕਸੇਲ, ਫਤਿਹਪੁਰ, ਬਟਾਲਾ, ਚੌਂਕ ਮਹਿਤਾ ਤੇ ਵੇਰਕਾ ਆਦਿ ਥਾਵਾਂ ਤੇ ਵੀ ਫੌਜ ਨੇ ਸਿੱਖਾਂ ਦੇ ਜਜ਼ਬਿਆਂ ਨੂੰ ਜ਼ਬਰਦਸਤੀ ਖਿੰਡਾ ਦਿੱਤਾ। ਵੇਰਕੇ ਵਿੱਚ ਰੋਹ ਵਿੱਚ ਆਏ ਲੋਕਾਂ ਨੇ 2 ਸਿਪਾਹੀਆਂ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਛੱਡਿਆ ਸੀ। ਬਹੁਤ ਸਾਰੀਆਂ ਥਾਵਾਂ ਤੇ ਪੇਂਡੂ ਖੇਤਰਾਂ ਵਿੱਚ ਲੁਕ ਛਿਪ ਕੇ ਅੰਮ੍ਰਿਤਸਰ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਸਿੱਖਾਂ ਦੇ ਛੋਟੇ-ਛੋਟੇ ਦਲਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਹਨਾਂ ਨੂੰ ਅੱਗੇ ਵਧਣੋਂ ਰੋਕਣ ਲਈ ਫੌਜ ਨੂੰ ਹੈਲੀਕਾਪਟਰਾਂ ਤੱਕ ਦੀ ਮਦਦ ਲੈਣੀ ਪੈ ਗਈ ਸੀ। 8 ਜੂਨ ਦੀ ਰਾਤ ਨੂੰ ਕੋਈ 8 ਜਾਂ 9 ਵਜੇ ਦੇ ਕਰੀਬ ਜਲੰਧਰੋਂ ਆਉਂਦੀ GT ਰੋਡ ਉੱਪਰ ਢੋਲਕੀਆਂ ਤੇ ਚਿਮਟਿਆਂ ਨਾਲ ਕੀਰਤਨ ਕਰਦੇ ਆ ਰਹੇ ਇੱਕ ਜਥੇ ਨੇ ਜਦ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੋਣ ਦਾ ਯਤਨ ਕੀਤਾ ਤਾਂ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਕੀਤੀ ਗਈ। ਫਰੀਦਕੋਟ ਤੇ ਫਿਰੋਜ਼ਪੁਰ ਦੇ ਜ਼ਿਲ੍ਹਿਆਂ ਦੇ ਅਲੱਗ-ਅਲੱਗ ਪਿੰਡਾਂ 'ਚੋਂ ਇਕੱਠੇ ਹੋਏ ਸਿੱਖਾਂ ਦਾ ਇੱਕ ਵੱਡਾ ਭਾਰੀ ਦਲ ਖੇਤਾਂ ਬੰਨਿਆਂ ਵਿੱਚੋਂ ਦੀ ਹੁੰਦਾ ਹੋਇਆ ਸਭਰਾਵਾਂ ਕੋਲ ਸਤਲੁਜ ਦੇ ਕੰਢੇ ਤੇ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਸੀ। ਰਾਤ ਦਰਿਆ ਦੇ ਕਿਨਾਰੇ ਹੀ ਬਰੇਤੀ ਵਿੱਚ ਕੱਟਣ ਤੋਂ ਬਾਅਦ 8 ਜੂਨ ਨੂੰ ਇਸ ਜਥੇ ਨੇ ਪਿੰਡੋਂ ਪਿੰਡੀ ਹੁੰਦਿਆਂ ਜਦ ਚੱਬੇ ਪਿੰਡ ਕੋਲ ਜਾ ਕੇ GT ਰੋਡ ਤੇ ਚੜ੍ਹਨ ਦਾ ਯਤਨ ਕੀਤਾ ਤਾਂ ਫੌਜ ਨੇ ਜਥੇ ਨੂੰ ਚਾਰੇ ਪਾਸਿਓਂ ਘੇਰੇ ਵਿੱਚ ਲੈ ਲਿਆ ਅਤੇ ਉਹਨਾਂ ਪਾਸੋਂ ਕਿਰਪਾਨਾਂ, ਬਰਛੇ, ਗੰਡਾਸੇ, ਟਕੂਏ ਅਤੇ ਡਾਂਗਾ, ਸੋਟੇ ਆਦਿ ਸਾਰੇ ਰਵਾਇਤੀ ਹਥਿਆਰ ਖੋਹ ਲਏ ਗਏ। ਬਾਅਦ ਵਿੱਚ ਸਾਰਿਆਂ ਨੂੰ ਕੱਲਾ-ਕੱਲਾ ਕਰਕੇ ਘਰਾਂ ਨੂੰ ਵਾਪਸ ਮੋੜ ਦਿੱਤਾ ਗਿਆ। ਭਾਰਤ ਅੰਦਰ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਰੋਹ ਭਰੇ ਵਿਖਾਵੇ ਕਰਕੇ ਆਪਣਾ ਜ਼ੋਰਦਾਰ ਗੁੱਸਾ ਪ੍ਰਗਟਾਇਆ। ਤਕਰੀਬਨ ਹਰ ਜਗ੍ਹਾ ਹੀ ਸਿੱਖਾਂ ਨੇ ਹਿੰਦੂ ਹਾਕਮਾਂ ਦੇ ਨਾਲ ਹੀ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਵੀ ਰੱਜ ਕੇ ਫਿਟਕਾਰਾਂ ਪਾਈਆਂ। ਦਿੱਲੀ, ਬੰਬਈ, ਬੰਗਲੌਰ, ਨਾਗਪੁਰ, ਕਾਨਪੁਰ, ਭੋਪਾਲ ਆਦਿ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਹ ਭਰੇ ਮੁਜ਼ਾਹਰੇ ਕੀਤੇ। 10 ਜੂਨ ਨੂੰ ਬੰਗਲੌਰ ਵਿਖੇ ਸਿੱਖਾਂ ਦੇ ਇੱਕ ਭਰਵੇਂ ਰੋਸ ਮੁਜ਼ਾਹਰੇ ਦੀ ਅਗਵਾਈ ਕਰਨਾਟਕ ਕਾਡਰ ਦੇ ਇੱਕ ਸਿੱਖ IAS ਅਫਸਰ ਸਰਦਾਰ ਚਿਰੰਜੀਵ ਸਿੰਘ ਨੇ ਕੀਤੀ, ਜਿਸ ਬਦਲੇ ਉਸ ਨੂੰ ਬਾਅਦ ਵਿੱਚ ਜਾ ਕੇ ਕੇਂਦਰ ਸਰਕਾਰ ਦੀ ਕਰੋਪੀ ਝੱਲਣੀ ਪੈ ਗਈ ਸੀ। 13 ਜੂਨ ਨੂੰ ਨਾਗਪੁਰ ਵਿਖੇ ਸਿੱਖਾਂ ਦੇ ਇੱਕ ਵਿਸ਼ਾਲ ਅਤੇ ਰੋਹ ਭਰੇ ਇਕੱਠ ਵਿੱਚ 6 ਸਿੱਖ ਮੈਜਿਸਟ੍ਰੇਟਾਂ ਨੇ ਹਮਲੇ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ ਸੀ। ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਬਹੁਤ ਹੀ ਬੁਲੰਦ ਸੁਰ ਵਿੱਚ ਕੀਤਾ। ਇਸ ਪ੍ਰਤੀਕਰਮ ਦੀ ਵਿਸ਼ੇਸ਼ ਗੱਲ ਇਹ ਸੀ ਕਿ ਪ੍ਰਵਾਸੀ ਸਿੱਖ ਭਾਈਚਾਰੇ ਦਾ ਗੁੱਸਾ ਭਾਰਤ ਦੇ ਸਮਕਾਲੀ ਹੁਕਮਰਾਨ ਵਰਗ ਤੱਕ ਸੀਮਿਤ ਨਹੀਂ ਸੀ ਰਿਹਾ। ਉਹਨਾਂ ਦੇ ਗੁੱਸੇ ਦੀ ਧਾਰ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਤੋਂ ਅੱਗੇ ਵੱਧ ਕੇ ਭਾਰਤੀ ਰਾਜ ਅਤੇ ਇਸ ਦੇ ਬਹੁਗਿਣਤੀ ਭਾਈਚਾਰੇ ਹਿੰਦੂ ਵਰਗ ਵਿਰੁੱਧ ਸੇਧਤ ਸੀ। ਪ੍ਰਵਾਸੀ ਸਿੱਖ ਭਾਈਚਾਰੇ ਨੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਸਮੂਹਕ ਪੱਧਰ ਤੇ ਇੰਨੀ ਤਿੱਖੀ ਮਾਨਸਿਕ ਚੁਭਣ ਤੇ ਪੀੜ ਮਹਿਸੂਸ ਕੀਤੀ ਕਿ ਉਹਨਾਂ ਨੂੰ ਰਾਤੋਂ ਰਾਤ ਹੀ ਭਾਰਤ 7 ਬਗਾਨਾ ਮੁਲਕ ਲੱਗਣ ਲੱਗ ਪਿਆ ਸੀ ਅਤੇ ਉਹ ਆਪਣੇ ਆਪ ਨੂੰ ਘਰੋਂ ਬੇਘਰ ਹੋਏ ਮਹਿਸੂਸ ਕਰਨ ਲੱਗ ਪਏ ਸਨ। ਬੇਗਾਨਗੀ ਦਾ ਅਹਿਸਾਸ ਉਹਨਾਂ ਦੀ ਰੂਹ ਵਿੱਚ ਡੂੰਘਾ ਉਤਰ ਗਿਆ ਸੀ। ਹਿੰਦੂ ਵਰਗ ਅਤੇ ਸਿੱਖ ਭਾਈਚਾਰੇ ਦੀ ਆਖੀ ਪ੍ਰਚਾਰੀ ਜਾਂਦੀ ਅਟੁੱਟ ਸਾਂਝ ਅੱਖ ਦੇ ਪਲਕਾਰੇ ਵਿੱਚ ਹੀ ਤੜਕ ਗਈ ਸੀ। ਸਿੱਖਾਂ ਨੂੰ ਹਿੰਦੂਆਂ ਵਿੱਚੋਂ ਤੁਰਕਾਂ, ਜਰਵਾਣਿਆਂ ਦਾ ਅਕਸ ਦਿਖਾਈ ਦੇਣ ਲੱਗ ਪਿਆ ਸੀ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਹਾਲੈਂਡ, ਫਰਾਂਸ, ਜਰਮਨੀ, ਫਿਲੀਪੀਨ, ਸਿੰਗਾਪੁਰ, ਹਾਂਗਕਾਂਗ, ਮਲੇਸ਼ੀਆ ਹਰ ਜਗ੍ਹਾ ਇੱਕੋ ਜਿਹਾ ਵਰਤਾਰਾ ਵੇਖਣ ਨੂੰ ਮਿਲਿਆ। ਹਮਲੇ ਦੀ ਖਬਰ ਸੁਣਦਿਆਂ ਹੀ ਹਰ ਸਿੱਖ ਉਸ ਦਾ ਬਾਹਰੀ ਸਰੂਪ, ਰਾਜਨੀਤਿਕ ਸੋਚ ਅਤੇ ਆਚਾਰ ਵਿਹਾਰ ਭਾਵੇਂ ਕਿਹੋ ਜਿਹਾ ਵੀ ਸੀ ਦੀ ਆਤਮਾ ਕੁਰਲਾ ਉੱਠੀ ਸੀ। ਉਸ ਅੰਦਰ ਆਪ ਮੁਹਾਰੇ ਹੀ ਆਪਣੇ ਨੇੜੇ ਦੇ ਗੁਰਦੁਆਰੇ ਪਹੁੰਚਣ ਦੀ ਤੀਬਰ ਉਤੇਜਨਾ ਪੈਦਾ ਹੋ ਗਈ ਸੀ। ਹਰ ਜਗ੍ਹਾ ਗੁਰੂ ਘਰਾਂ ਵਿੱਚ ਇਕੱਤਰ ਹੋਏ ਸਿੱਖਾਂ ਨੇ ਆਪਣਾ ਗਮ, ਗੁੱਸਾ ਤੇ ਵਲਵਲੇ ਸਾਂਝੇ ਕੀਤੇ। ਉਸ ਵੀਕਐਂਡ ਤੇ ਹਰ ਜਗ੍ਹਾ ਸਿੱਖਾਂ ਦਾ ਰੋਹ ਤੇ ਗੁੱਸਾ ਇੱਕ ਵਿਸ਼ਾਲ
ਖੌਲ ਦੀ ਧਾਰਾ ਬਣ ਕੇ ਸੜਕਾਂ ਤੇ ਵਹਿ ਤੁਰਿਆ ਸੀ। ਉਸ ਦਿਹਾੜੀ ਹਰ ਜਗ੍ਹਾ ਭਾਰਤੀ ਸਫਾਰਤਖਾਨਿਆਂ ਦੀ ਸ਼ਾਮਤ ਆ ਗਈ ਸੀ। ਲੰਡਨ ਹੋਵੇ ਜਾਂ ਨਿਊਯਾਰਕ, ਟੋਰਾਂਟੋ ਹੋਵੇ ਜਾਂ ਕੈਨਬਰਾ, ਸਨ ਫਰਾਂਸਿਸਕੋ ਹੋਵੇ ਜਾਂ ਵੈਨਕੂਵਰ, ਮੌਂਟਰੀਅਲ ਹੋਵੇ ਜਾਂ ਮਨੀਲਾ ਅਤੇ ਜਾਂ ਫਿਰ ਕੈਲਗਰੀ, ਸਿੰਗਾਪੁਰ, ਕੋਲਾਲੰਪੁਰ ਜਾਂ ਹਰ ਜਗ੍ਹਾ ਭਾਰਤੀ ਸਫਾਰਤਖਾਨਿਆਂ ਦੀਆਂ ਇਮਾਰਤਾਂ ਤੇ ਅਮਲੇ ਫੈਲੇ ਨੂੰ ਸਿੱਖ ਹਜੂਮਾਂ ਦੇ ਰੋਹ ਤੋਂ ਬਚਾਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਕਰਨੀ ਪਈ ਸੀ। ਉਸ ਵਿਸ਼ੇਸ਼ ਘੜੀ ਸਿੱਖਾਂ ਵਿਚਕਾਰ ਵਿਚਾਰਧਾਰਾ, ਜਾਤ, ਬਰਾਦਰੀ, ਉਮਰ ਤੇ ਰੁਤਬੇ ਆਦਿ ਦੇ ਸਾਰੇ ਭੇਦ ਵਖਰੇਵੇ ਅਲੋਪ ਹੋ ਗਏ ਸਨ। ਇੱਕੋ ਸਾਂਝੇ ਦੁੱਖ ਦੇ ਅਹਿਸਾਸ ਨੇ ਉਹਨਾਂ ਵਿਚਕਾਰ ਬੇਮਿਸਾਲ ਭਾਵਨਾਤਮਕ ਇਕਮੁੱਠਤਾ ਦਾ ਮਾਹੌਲ ਸਿਰਜ ਦਿੱਤਾ ਸੀ। 10 ਜੂਨ ਨੂੰ ਇੰਗਲੈਂਡ ਦੇ ਸਾਰੇ ਸ਼ਹਿਰਾਂ 'ਚੋਂ ਸਿੱਖਾਂ ਨੇ ਲੰਡਨ ਦੇ ਹਾਈਡ ਪਾਰਕ ਵੱਲ ਵਹੀਰਾਂ ਘੱਤ ਦਿੱਤੀਆਂ ਸਨ। ਸਿੱਖ ਜਗਤ ਵਿੱਚ ਜੋਸ਼ ਅਤੇ ਉਭਾਰ ਇੰਨਾ ਤਕੜਾ ਸੀ ਕਿ ਹਾਈਡ ਪਾਰਕ ਪਹੁੰਚਣ ਲਈ ਟ੍ਰੇਨਾਂ ਵਿੱਚ ਜਗ੍ਹਾ ਮਿਲਣੀ ਔਖੀ ਹੋ ਗਈ ਸੀ ਅਤੇ ਕਿਰਾਏ 'ਤੇ ਕੋਚਾਂ ਮਿਲਣੀਆਂ ਦੁੱਭਰ ਹੋ ਗਈਆਂ ਸਨ। ਇੰਗਲੈਂਡ ਦਾ ਸ਼ਾਇਦ ਹੀ ਕੋਈ ਸਿੱਖ ਪਰਿਵਾਰ ਹੋਵੇਗਾ ਜਿਸ ਦਾ ਕੋਈ ਮੈਂਬਰ ਉਸ ਰੋਸ ਵਿਖਾਵੇ ਵਿੱਚ ਸ਼ਾਮਲ ਨਾ ਹੋਇਆ ਹੋਵੇ। ਉਸ ਇਕੱਠ ਨੂੰ ਅੱਜ ਵੀ ਸਿੱਖਾਂ ਦੇ ਇੰਗਲੈਂਡ ਦੇ ਇਤਿਹਾਸ ਦੇ ਸਭ ਨਾਲੋਂ ਵੱਡੇ ਇਕੱਠ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ, ਜਿਸ ਵਿੱਚ ਦੁੱਧ ਚੁੰਘਦੇ ਬਾਲਾਂ ਤੋਂ ਲੈ ਕੇ ਸਿਆਣੀ ਉਮਰ ਦੇ ਬਜ਼ੁਰਗਾਂ ਤੱਕ ਹਰ ਵਰਗ ਦੇ ਸਿੱਖ ਹੁਮ-ਹੁਮਾ ਕੇ ਪਹੁੰਚੇ ਸਨ। ਇਹ ਇਕੱਠ ਜਦ ਜਲੂਸ ਦੀ ਸ਼ਕਲ ਵਿੱਚ ਸੜਕਾਂ ਤੇ ਤੁਰਿਆ ਤਾਂ ਇਹ ਉਛਲ ਕੇ ਵਗ ਰਹੇ ਦਰਿਆ ਦਾ ਪ੍ਰਭਾਵ ਸਿਰਜਦਾ ਸੀ। ਇੰਡੀਅਨ ਹਾਈ ਕਮਿਸ਼ਨ ਦੇ ਅੱਗਿਓਂ ਦੀ ਲੰਘਣ ਵੇਲੇ ਸਿੱਖਾਂ ਦੇ ਜੈਕਾਰਿਆਂ ਤੇ ਲਲਕਾਰਿਆਂ ਦੀ ਗੂੰਜ ਨੇ ਅਸਮਾਨ ਪਾਟਣਾ ਕਰ ਦਿੱਤਾ ਸੀ। ਕੈਨੇਡਾ ਦੇ ਲਗਭਗ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਸਿੱਖਾਂ ਨੇ ਭਾਰੀ ਗਿਣਤੀ ਵਿੱਚ ਇਕੱਠਿਆਂ ਹੋ ਕੇ ਆਪਣੇ ਰੋਸ ਅਤੇ ਗੁੱਸੇ ਦਾ ਭਰਪੂਰ ਪ੍ਰਗਟਾਵਾ ਕੀਤਾ। ਟੋਰਾਂਟੋ ਦੇ ਸਿਟੀ ਹਾਲ ਵਿੱਚ ਸਿੱਖਾਂ ਦਾ ਜੁੜਿਆ ਇਕੱਠ ਹਰ ਲਿਹਾਜ਼ ਨਾਲ ਲਾਮਿਸਾਲ ਸੀ। ਇੱਕ ਅੰਦਾਜ਼ੇ ਮੁਤਾਬਕ ਉਸ ਦਿਨ ਟੋਰਾਂਟੋ ਦਾ ਤਕਰੀਬਨ 80% ਸਿੱਖ ਭਾਈਚਾਰਾ ਡਾਊਨਟਾਊਨ ਪੁੱਜਾ ਹੋਇਆ ਸੀ। ਕਵੀਨਜ਼ ਪਾਰਕ ਸਟੇਟ ਬਿਲਡਿੰਗ ਤੋਂ ਲੈ ਕੇ ਨੇਥਨ ਫਿਲਿਪ ਸਕੁਆਇਰ ਤੱਕ ਸਾਰਾ ਵਾਤਾਵਰਣ ਸਿੱਖਾਂ ਦੇ ਜੋਸ਼ੀਲੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ। ਉੱਧਰ BC ਦੇ ਸਿੱਖ ਭਾਈਚਾਰੇ ਨੇ ਵੈਨਕੂਵਰ ਦੇ ਡਾਊਨਟਾਊਨ ਅੰਦਰ ਤਰਥੱਲ ਪਾ ਦਿੱਤਾ ਸੀ। ਦੂਰ ਦੁਰਾਡੀਆਂ ਥਾਵਾਂ ਤੋਂ ਪਹੁੰਚੇ 50,000 ਤੋਂ ਵੱਧ ਸਿੱਖਾਂ ਦਾ ਕਾਫਲਾ ਇੰਡੀਅਨ ਕੌਂਸਲਰ ਜਨਰਲ ਦੇ ਦਫ਼ਤਰ ਨੂੰ ਮਲੀਆਮੇਟ ਕਰਕੇ ਰੱਖ ਦੇਣ ਤੇ ਉਤਾਰੂ ਹੋਇਆ ਨਜ਼ਰ ਆਉਂਦਾ ਸੀ। ਕੈਨੇਡਾ ਦੀ ਸ਼ਾਹੀ ਘੋੜਸਵਾਰ ਪੁਲਿਸ ਵੱਲੋਂ ਭਾਰਤੀ ਸਫਾਰਤਖਾਨੇ ਦੀ ਸੁਰੱਖਿਆ ਲਈ ਕੀਤੇ ਗਏ ਪੁਖਤਾ ਇੰਤਜ਼ਾਮਾਂ ਦੇ ਬਾਵਜੂਦ ਸਿੱਖਾਂ ਨੇ ਇਸ ਦੀ ਜੰਮ ਕੇ ਭੰਨਤੋੜ ਕੀਤੀ। ਉਸ ਦਿਨ ਵੈਨਕੂਵਰ ਵਿੱਚ ਪਹਿਲੀ ਦਫਾ ਖੁੱਲ੍ਹੇਆਮ ਜਨਤਕ ਪੱਧਰ ਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਗੂੰਜੇ। ਜਿਹੜੇ ਸਿੱਖ ਅਜੇ ਕੱਲ੍ਹ ਤੱਕ ਖਾਲਿਸਤਾਨ ਦਾ ਨਾਮ ਤੱਕ ਲੈਣਾ ਪਸੰਦ ਨਹੀਂ ਸੀ ਕਰਦੇ, ਉਹ ਹੁਣ ਖਾਲਿਸਤਾਨ ਤੋਂ ਘੱਟ ਗੱਲ ਸੁਣਨ ਲਈ ਰਾਜ਼ੀ ਨਹੀਂ ਸਨ। ਇਸੇ ਤਰ੍ਹਾਂ ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਵੀ ਇਹੋ ਮੰਜ਼ਰ ਦੇਖਣ ਨੂੰ ਮਿਲਿਆ। ਹਾਲਾਂਕਿ ਉਸ ਵੇਲੇ ਕੈਲਗਰੀ ਵਿੱਚ ਅਜੇ ਸਿੱਖਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਸੀ, ਪਰ ਫਿਰ ਵੀ ਐਂਗਲਵੁੱਡ ਵਿਖੇ ਕਾਇਮ ਕੀਤੇ ਗਏ ਆਰਜ਼ੀ ਗੁਰੂ ਘਰ ਵਿੱਚ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਗਏ ਸਨ। ਮਾਹੌਲ ਇੰਨਾ ਜਜ਼ਬਾਤੀ ਤੇ ਉਤੇਜਨਾ ਭਰਿਆ ਸੀ ਕਿ ਜਦ ਇੱਕ ਸਥਾਨਕ ਪਤਵੰਤੇ ਸਿੱਖ ਆਗੂ ਸਰਦਾਰ ਬਲਜਿੰਦਰ ਸਿੰਘ ਭੁੱਲਰ ਨੇ ਸਟੇਜ ਤੋਂ ਸ਼ਰੇਆਮ ਇਹ ਐਲਾਨ ਕੀਤਾ ਕਿ ਇੰਡੀਆ ਇਜ਼ ਨਾਟ ਆਰ ਕੰਟਰੀ ਐਨੀਮੋਰ, ਭਾਰਤ ਹੁਣ ਸਾਡਾ ਦੇਸ਼ ਨਹੀਂ ਰਿਹਾ, ਤਾਂ ਸਾਰੀ ਸੰਗਤ ਵਿੱਚ ਜੋਸ਼ ਦਾ ਉਬਾਲ ਪੈਦਾ ਹੋ ਗਿਆ ਸੀ। ਸਮੁੱਚੀ ਸੰਗਤ ਨੇ ਇਸ ਐਲਾਨ ਦਾ ਸਵਾਗਤ ਗਰਜਵੇਂ ਜੈਕਾਰਿਆਂ ਨਾਲ ਕੀਤਾ ਸੀ। ਬਾਅਦ ਵਿੱਚ ਡਾਊਨਟਾਊਨ ਵਿਖੇ ਸਿਟੀ ਹਾਲ ਤੋਂ ਚੱਲ ਕੇ ਹੈਰੀ ਹੇਜ਼ ਬਿਲਡਿੰਗ ਤੱਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਹਮਲੇ ਦੇ ਅਗਲੇ ਹੀ ਦਿਨ ਟੋਰਾਂਟੋ ਵਿੱਚ ਗੁਰਦਾਸ ਮਾਨ ਦਾ ਸ਼ੋਅ ਰੱਖਿਆ ਹੋਇਆ ਸੀ, ਪਰ ਸਿੱਖ ਜਗਤ ਇੰਨਾ ਦੁਖੀ ਤੇ ਗਮਜ਼ਦਾ ਸੀ ਕਿ ਗੁਰਦਾਸ ਮਾਨ ਨੂੰ ਸੁਣਨ ਲਈ ਮੁਸ਼ਕਲ ਨਾਲ 100-150 ਸਰੋਤੇ ਦਰਸ਼ਕ ਹੀ ਜੁੜ ਸਕੇ ਸਨ। ਇਹਨਾਂ ਵਿੱਚੋਂ ਸਿੱਖ ਕਿੰਨੇ ਕੁ ਸਨ ਇਹ ਕਹਿਣਾ ਮੁਸ਼ਕਲ ਹੈ, ਪਰ ਅੰਦਰੋਂ ਜ਼ਾਰ-ਜ਼ਾਰ ਹੋ ਰਹੇ ਗੁਰਦਾਸ ਮਾਨ ਦੇ ਮੂੰਹੋਂ ਗੀਤ ਦੇ ਬੋਲ ਕਿਵੇਂ ਨਿਕਲ ਸਕਦੇ ਸਨ। ਉਸਨੇ ਸਟੇਜ ਤੇ ਚੜ੍ਹ ਕੇ ਦਰਸ਼ਕਾਂ ਕੋਲੋਂ ਮੁਆਫੀ ਮੰਗੀ ਅਤੇ ਸ਼ੋਅ ਰੱਦ ਕਰ ਦਿੱਤਾ। ਦਰਬਾਰ ਸਾਹਿਬ ਉੱਤੇ ਹਮਲੇ ਦੀ ਕਾਰਵਾਈ ਅਜੇ ਚੱਲ ਹੀ ਰਹੀ ਸੀ ਕਿ ਅਮਰੀਕਾ ਵਿੱਚ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਪ੍ਰਸਿੱਧ ਧਨਾਢ ਸਿੱਖ ਆਗੂ ਸਰਦਾਰ ਦਦਾਰ ਸਿੰਘ ਬੈਂਸ ਦੀ ਅਗਵਾਈ ਹੇਠ ਸਿੱਖਾਂ ਨੇ ਇੰਡੀਅਨ ਕੌਂਸਲੇਟ ਦੇ ਮੂਹਰੇ ਰੋਹ ਭਰਿਆ ਮੁਜ਼ਾਹਰਾ ਕੀਤਾ। ਵੀਕਐਂਡ ਤੇ ਕੈਲੀਫੋਰਨੀਆ ਦੇ ਅਲੱਗ-ਅਲੱਗ ਥਾਵਾਂ ਤੋਂ ਸਿੱਖ ਭਾਰੀ ਗਿਣਤੀ ਵਿੱਚ ਸਨ ਫਰਾਂਸਿਸਕੋ ਵਿਖੇ ਇਕੱਠੇ ਹੋਏ ਅਤੇ ਇੰਡੀਅਨ ਕੌਂਸਲੇਟ ਮੂਹਰੇ ਜ਼ਬਰਦਸਤ ਮੁਜ਼ਾਹਰਾ ਕੀਤਾ। ਨਿਊਯਾਰਕ ਵਿੱਚ ਵੀ ਇਹੋ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ਬਕੌਲ ਪ੍ਰੋਫੈਸਰ ਦਰਸ਼ਨ ਸਿੰਘ ਮੈਣੀ ਹਜ਼ਾਰਾਂ ਸਿੱਖਾਂ ਦੇ ਹਜੂਮ ਨੇ ਸਿੱਖਾਂ ਲਈ ਵੱਖਰੇ ਹੋਮਲੈਂਡ ਦੀ ਮੰਗ ਦਾ ਇੱਕ ਜ਼ੁਬਾਨ ਹੋ ਕੇ ਸਮਰਥਨ ਕੀਤਾ ਸੀ।
ਅਮਰੀਕਾ, ਕੈਨੇਡਾ ਤੇ ਇੰਗਲੈਂਡ ਆਦਿ ਦੇਸ਼ਾਂ ਅੰਦਰ ਹਰ ਸਾਲ 15 ਅਗਸਤ ਨੂੰ ਭਾਰਤ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਭਾਰਤੀ ਸਫਾਰਤਖਾਨਿਆਂ ਵੱਲੋਂ ਜਥੇਬੰਦ ਕੀਤੇ ਜਾਂਦੇ ਵਿਸ਼ੇਸ਼ ਸਮਾਗਮਾਂ ਦੀ ਲੜੀ ਵਿੱਚ ਇੰਡੀਆ ਡੇ ਪਰੇਡ ਦੀ ਝਾਕੀ ਪ੍ਰਮੁੱਖ ਸਥਾਨ ਰੱਖਦੀ ਹੈ। ਪ੍ਰਵਾਸੀ ਸਿੱਖ ਭਾਈਚਾਰੇ ਅੰਦਰ ਇਹਨਾਂ ਸਮਾਗਮਾਂ ਵਿੱਚ ਗੱਜ-ਵੱਜ ਕੇ ਸ਼ਾਮਲ ਹੋਣ ਦਾ ਦਸਤੂਰ ਬਣਿਆ ਹੋਇਆ ਸੀ, ਪਰ 1984 ਵਿੱਚ ਇਸ ਦਸਤੂਰ ਨੇ ਇੱਕ ਨਾਟਕੀ ਮੋੜਾ ਕੱਟ ਲਿਆ। ਉਸ ਸਾਲ ਪ੍ਰਵਾਸੀ ਸਿੱਖ ਭਾਈਚਾਰੇ ਨੇ ਨਾ ਸਿਰਫ ਹਰ ਜਗ੍ਹਾ ਇੰਡੀਆ ਡੇ ਪਰੇਡ ਦਾ ਮੁਕੰਮਲ ਬਾਈਕਾਟ ਕੀਤਾ, ਸਗੋਂ ਕੁਝ ਥਾਵਾਂ ਤੇ ਪਰੇਡ ਵਿੱਚ ਵਿਘਨ ਪਾ ਕੇ ਆਪਣਾ ਜ਼ਬਰਦਸਤ ਰੋਸ ਤੇ ਨਾਰਾਜ਼ਗੀ ਜਤਾਈ। ਨਿਊਯਾਰਕ ਵਿਖੇ ਵੱਡੀ ਤਾਦਾਦ ਵਿੱਚ ਇਕੱਠੇ ਹੋਏ ਸਿੱਖਾਂ ਨੇ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡ ਕੇ ਪਰੇਡ ਵਿੱਚ ਸ਼ਾਮਲ 3-4 ਫਲੋਟ ਚੁੱਕ ਕੇ ਮੁੱਦੇ ਕਰ ਦਿੱਤੇ ਸਨ। ਸਿੱਖਾਂ ਨੂੰ ਖਦੇੜਨ ਲਈ ਘੋੜਸਵਾਰ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਸੀ ਅਤੇ ਸਿੱਖਾਂ ਦਾ ਦੂਰ-ਦੂਰ ਤੱਕ ਪਿੱਛਾ ਕਰਕੇ ਉਹਨਾਂ ਨੂੰ ਤਾਕਤ ਨਾਲ ਖਿੰਡਾ ਦਿੱਤਾ ਗਿਆ ਸੀ। ਵੈਨਕੂਵਰ ਵਿੱਚ ਉਸ ਸਾਲ ਸਿੱਖਾਂ ਨੇ ਇੰਡੀਅਨ ਕੌਂਸਲੇਟ ਉੱਤੇ ਭਾਰਤ ਦਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਨੇਪਰੇ ਨਾ ਚੜ੍ਹਨ ਦਿੱਤੀ। ਸਿੱਖ ਇੰਨੇ ਰੋਹ ਵਿੱਚ ਸਨ ਕਿ ਉਹਨਾਂ ਨੇ ਕੈਨੇਡੀਅਨ ਪੁਲਿਸ ਦੀ ਇੱਕ ਨਾ ਚੱਲਣ ਦਿੱਤੀ। ਅਖੀਰ ਵਿੱਚ ਸਿੱਖਾਂ ਨੂੰ ਕਾਬੂ ਕਰਨ ਲਈ ਮਿਲਟਰੀ ਬੁਲਾਉਣੀ ਪੈ ਗਈ ਸੀ। ਕੈਲੀਫੋਰਨੀਆ ਦੇ ਸੈਨ ਹੋਜ਼ੇ ਸ਼ਹਿਰ ਵਿੱਚ ਗੁੱਸੇ ਵਿੱਚ ਆਏ ਸਿੱਖ ਨੌਜਵਾਨਾਂ ਨੇ ਭਾਰਤ ਦੇ ਆਜ਼ਾਦੀ ਦਿਵਸ ਦੀ ਯਾਦ ਵਿੱਚ ਜਥੇਬੰਦ ਕੀਤੇ ਗਏ ਕਲਚਰਲ ਪ੍ਰੋਗਰਾਮ ਵਿੱਚ ਭਾਰੀ ਖਲਬਲੀ ਮਚਾ ਦਿੱਤੀ ਸੀ। ਉਹਨਾਂ ਨੇ ਤਿਰੰਗੇ ਝੰਡੇ ਨੂੰ ਤਿੱਖੀ ਨਫ਼ਰਤ ਨਾਲ ਖਿੱਚ ਕੇ ਹੇਠਾਂ ਲਾ ਲਿਆ ਸੀ, ਜਿਸ ਨੂੰ ਫਿਰ ਫਰੀਮਾਂਟ ਦੇ ਗੁਰਦੁਆਰੇ ਦੇ ਪ੍ਰਵੇਸ਼ ਦੁਆਰ ਮੂਹਰੇ ਵਿਛਾ ਕੇ ਦਿਨ ਭਰ ਪੈਰਾਂ ਦੇ ਹੇਠਾਂ ਮਿੱਧਿਆ ਗਿਆ। ਜੁਲਾਈ 1984 ਵਿੱਚ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਵੀ ਸਿੱਖਾਂ ਨੇ ਭਾਰਤ ਵਿਰੁੱਧ ਆਪਣੀ ਔਖ ਤੇ ਨਾਰਾਜ਼ਗੀ ਪ੍ਰਗਟਾਉਣ ਦਾ ਕੋਈ ਮੌਕਾ ਨਾ ਗਵਾਇਆ। ਉਹਨਾਂ ਨੇ ਭਾਰਤੀ ਅਧਿਕਾਰੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਹ ਵਿੱਚ ਆਏ ਸਿੱਖ ਨੌਜਵਾਨਾਂ ਨੇ ਇੰਡੀਅਨ ਓਲੰਪਿਕ ਕਮੇਟੀ ਦੇ ਉੱਚ ਅਧਿਕਾਰੀ ਅਤੇ ਪ੍ਰਸਿੱਧ ਕਾਂਗਰਸੀ ਆਗੂ ਉਮਰਾਓ ਸਿੰਘ ਦੀ ਭਾਰੀ ਖਿੱਚਧੂਹ ਕੀਤੀ। ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਖਾਲਿਸਤਾਨ ਦੀਆਂ ਟੀ-ਸ਼ਰਟਾਂ ਪਾ ਕੇ ਸਟੇਡੀਅਮ ਅੰਦਰ ਟੌਰ ਨਾਲ ਗੇੜੇ ਕੱਢਦੇ ਰਹੇ। ਐਤਵਾਰ ਦੇ ਦਿਨ ਭਾਰਤ ਤੇ ਅਮਰੀਕਾ ਵਿਚਕਾਰ ਖੇਡੇ ਗਏ ਹਾਕੀ ਦੇ ਮੈਚ ਦੌਰਾਨ 300 ਦੇ ਕਰੀਬ ਸਿੱਖ ਨੌਜਵਾਨ ਭਾਰਤੀ ਕਮੈਂਟਰੀ ਬਾਕਸ ਦੇ ਨੇੜੇ ਇਕੱਠੇ ਹੋ ਕੇ ਗਰਜਵੀਂ ਆਵਾਜ਼ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ। ਭਾਰਤੀ ਟੀਮ ਵਿੱਚ ਖੇਡ ਰਹੇ ਸਿੱਖ ਖਿਡਾਰੀਆਂ ਨੂੰ ਇਹਨਾਂ ਰੋਹ ਵਿੱਚ ਆਏ ਸਿੱਖ ਨੌਜਵਾਨਾਂ ਦੀਆਂ ਬੇਸ਼ੁਮਾਰ ਗਾਲਾਂ ਤੇ ਫਟਕਾਰਾਂ ਸੁਣਨੀਆਂ ਝੱਲਣੀਆਂ ਪਈਆਂ ਸਨ। 28 ਜੁਲਾਈ ਨੂੰ ਨਿਊਯਾਰਕ ਦੇ ਮੈਡੀਸਨ ਸਕੁਆਇਰ ਗਾਰਡਨ ਵਿਖੇ ਅਮਰੀਕਾ, ਕੈਨੇਡਾ ਤੇ ਹੋਰਨਾਂ ਪੱਛਮੀ ਮੁਲਕਾਂ ਦੇ ਸਿੱਖਾਂ ਦਾ ਹਾਜ਼ਰੀ ਤੇ ਜੋਸ਼ੋ ਖਰੋਸ਼ ਦੇ ਲਿਹਾਜ਼ ਨਾਲ ਇੱਕ ਬੇਮਿਸਾਲ ਸੰਮੇਲਨ ਹੋਇਆ। ਕਿਰਤ ਮਜ਼ਦੂਰੀ ਕਰਨ ਵਾਲੇ ਆਮ ਸਿੱਖਾਂ ਤੋਂ ਇਲਾਵਾ ਇਸ ਸੰਮੇਲਨ ਵਿੱਚ ਵੱਡੀ ਸੰਖਿਆ ਵਿੱਚ ਡਾਕਟਰ, ਇੰਜੀਨੀਅਰ, ਸਾਇੰਸਦਾਨ, ਵਿਦਵਾਨ ਤੇ ਕਾਰੋਬਾਰੀ ਸਿੱਖ ਸ਼ਾਮਲ ਹੋਏ। ਡਾਕਟਰ ਗੁਰਚਰਨ ਸਿੰਘ, ਜੋ ਅੱਵਲ ਦਰਜੇ ਦੇ ਵਿਦਵਾਨ ਅਤੇ ਇਸ ਸੰਮੇਲਨ ਦੇ ਕਰਤਾ ਧਰਤਾ ਸਨ, ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਇਹਨਾਂ ਸ਼ਬਦਾਂ ਨਾਲ ਕੀਤੀ ਸੀ ਕਿ ਜਦੋਂ ਭਾਰਤੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਆਪਣਾ ਪਹਿਲਾ ਕਦਮ ਰੱਖ ਦਿੱਤਾ ਸੀ ਤਾਂ ਸਿੱਖ ਕੌਮ ਦੀ ਕਿਸਮਤ ਦਾ ਫੈਸਲਾ ਹੋ ਗਿਆ ਸੀ ਕਿ ਅਸੀਂ ਅੱਗੋਂ ਕੀ ਕਰਨਾ ਹੈ। ਅਸਾਂ ਭਾਰਤ ਵਿੱਚ ਰਹਿਣਾ ਹੈ ਕਿ ਆਪਣਾ ਵੱਖਰਾ ਆਜ਼ਾਦ ਦੇਸ਼ ਬਣਾਉਣਾ ਹੈ। ਇਸ ਤੋਂ ਬਾਅਦ ਵਿੱਚ ਬੋਲਣ ਵਾਲੇ ਹਰ ਬੁਲਾਰੇ ਨੇ ਸਿੱਖਾਂ ਦੇ ਸੁਤੰਤਰ ਦੇਸ਼ ਦੀ ਪੁਰਜੋਸ਼ ਵਕਾਲਤ ਕਰਦੇ ਹੋਏ ਸਿੱਖਾਂ ਨੂੰ ਭਾਰਤੀ ਰਾਜ ਨਾਲੋਂ ਆਪਣੇ ਹਰ ਕਿਸਮ ਦੇ ਸਬੰਧ ਤੋੜ ਲੈਣ ਦਾ ਸੁਝਾਅ ਅਤੇ ਸੱਦਾ ਦਿੱਤਾ। ਸੰਮੇਲਨ ਦੇ ਅਖੀਰ ਵਿੱਚ ਸਮੁੱਚੇ ਪ੍ਰਵਾਸੀ ਸਿੱਖ ਭਾਈਚਾਰੇ ਨੂੰ ਭਾਰਤ ਦੀ ਸਿੱਖ ਦੁਸ਼ਮਣ ਸਰਕਾਰ ਏਅਰ ਇੰਡੀਆ, ਭਾਰਤ ਦੀ ਸਰਕਾਰੀ ਕੌਮਾਂਤਰੀ ਏਅਰਲਾਈਨ ਅਤੇ ਹਿੰਦੂ ਵਰਗ ਦਾ ਮੁਕੰਮਲ ਰੂਪ ਵਿੱਚ ਬਾਈਕਾਟ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ। ਸਾਂਝ ਅਤੇ ਵਖਰੇਵੇ। ਦਰਬਾਰ ਸਾਹਿਬ ਉੱਤੇ ਹਮਲੇ ਉਪਰੰਤ ਜਿੱਥੇ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਅੰਦਰ ਭਾਵਨਾਵਾਂ ਦੇ ਪੱਧਰ ਤੇ ਸਮਾਨਤਾ ਤੇ ਏਕਤਾ ਦਾ ਜਜ਼ਬਾ ਪ੍ਰਬਲ ਹੋ ਗਿਆ ਸੀ, ਉੱਥੇ ਨਾਲ ਹੀ ਬੁਨਿਆਦੀ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਸਿੱਖ ਪੰਥ ਅੰਦਰ ਡੂੰਘੇ ਮਤ ਵਖਰੇਵੇ ਤੇ ਵਿਰੋਧ ਪ੍ਰਗਟ ਹੋ ਗਏ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜੀਵਨ ਕਾਲ ਦੌਰਾਨ ਹੀ ਸਿੱਖ ਕੌਮ ਅੰਦਰ ਸਿਧਾਂਤਕ ਸਫਬੰਦੀ ਦਾ ਅਮਲ ਨਿਖਰਵੀਂ ਸ਼ਕਲ ਗ੍ਰਹਿਣ ਕਰ ਗਿਆ ਸੀ। ਦਰਬਾਰ ਸਾਹਿਬ ਉੱਤੇ ਹਮਲੇ ਅਤੇ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਨਾਲ ਇਹ ਵੰਡ ਜਿੱਥੇ ਹੋਰ ਗੂੜੀ ਤੇ ਪੱਕੀ ਹੋ ਗਈ ਸੀ, ਉੱਥੇ ਇਸ ਦੀ ਅੰਗ ਬਣਤਰ ਵਿੱਚ ਤਕੜੀ ਰੱਦੋ-ਬਦਲ ਹੋ ਗਈ ਸੀ। ਸਿੱਖ ਸਮਾਜ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮਰਥਕਾਂ, ਪ੍ਰਸ਼ੰਸਕਾਂ ਦਾ ਦਾਇਰਾ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਿਸ਼ਾਲ ਹੋ ਗਿਆ ਸੀ, ਜਦ ਕਿ ਸਿੱਖ ਪੰਥ ਅੰਦਰ ਉਹਨਾਂ ਦੇ ਨਿੰਦਕਾਂ ਦੀ ਗਿਣਤੀ ਤੇ ਪ੍ਰਭਾਵ ਖੇਤਰ ਨੂੰ ਵੱਡਾ ਖੋਰਾ ਲੱਗ ਗਿਆ ਸੀ। ਇਹਨਾਂ ਨਿੰਦਕਾਂ ਦੀਆਂ ਮੋਟੇ ਤੌਰ ਤੇ ਦੋ ਜਮਾਤਾਂ ਸਨ। ਇੱਕ ਰਵਾਇਤੀ ਅਕਾਲੀ ਲੀਡਰਸ਼ਿਪ ਜੋ ਆਪਣੀ ਖੁਦਗਰਜ਼ੀ ਤੇ ਰਾਜਨੀਤਿਕ ਰੁਤਬਾ ਪ੍ਰਸਤੀ ਦੀ ਵਜ੍ਹਾ ਕਰਕੇ ਸੰਤ ਜਰਨੈਲ ਸਿੰਘ ਨੂੰ ਸਾੜੇ ਤੇ ਦੁਸ਼ਮਣੀ ਦੀ ਨਜ਼ਰ ਨਾਲ ਦੇਖਦੀ ਸੀ।
ਦੂਜਾ ਸਿੱਖ ਪੰਥ ਦੀਆਂ ਕੁਲੀਨ ਪਰਤਾਂ ਦੇ ਉਹ ਹਿੱਸੇ ਜੋ ਭਾਰਤੀ ਰਾਜ ਤੇ ਹਿੰਦੂ ਸਮਾਜ ਨਾਲ ਗੂੜੀ ਤੇ ਚੀੜੀ ਤਰ੍ਹਾਂ ਨਾਲ ਜੁੜੇ ਹੋਏ ਸਨ ਅਤੇ ਜਿਸ ਵਜ੍ਹਾ ਕਰਕੇ ਉਹਨਾਂ ਨੂੰ ਸੰਤ ਜਰਨੈਲ ਸਿੰਘ ਦੇ ਧਾਰਮਿਕ ਰਾਜਨੀਤਿਕ ਦ੍ਰਿਸ਼ਟੀਕੋਣ ਤੇ ਅਮਲੀ ਸਰਗਰਮੀਆਂ ਨਾਲ ਤਿੱਖੀ ਚਿੜ ਪੈਦਾ ਹੋ ਗਈ ਸੀ। ਇਹਨਾਂ ਦੋਨੋਂ ਹੀ ਵਰਗਾਂ ਦੀ ਸਾਂਝੀ ਅਯੋਗਤਾ ਇਹ ਸੀ ਕਿ ਉਹ ਸੰਤ ਜਰਨੈਲ ਸਿੰਘ ਦੀ ਰੂਹਾਨੀ ਤੇ ਅਨੁਭਵੀ ਸ਼ਖਸੀਅਤ ਦਾ ਥਾਂ ਨਹੀਂ ਸੀ ਪਾ ਸਕੇ। ਸੰਤ ਜੀ ਨੂੰ ਉਹਨਾਂ ਨੇ ਆਪਣੀ ਹੀ ਦੁਨਿਆਵੀ ਦ੍ਰਿਸ਼ਟੀ ਮੁਤਾਬਕ ਦੇਖਿਆ ਤੇ ਸਮਝਿਆ ਜਾਣਿਆ ਸੀ, ਜਿਸ ਵਿੱਚੋਂ ਸੰਤ ਜਰਨੈਲ ਸਿੰਘ ਬਾਰੇ ਉਹਨਾਂ ਨੇ ਇਹ ਆਮ ਪ੍ਰਭਾਵ ਬਣਾ ਲਿਆ ਹੋਇਆ ਸੀ ਕਿ ਭਾਰਤੀ ਰਾਜ ਅੰਦਰ ਸਿੱਖ ਕੌਮ ਦੀ ਸਥਿਤੀ ਅਤੇ ਹਿੰਦੂ ਮਾਨਸਿਕਤਾ ਦੇ ਬਾਰੇ ਵਿੱਚ ਸੰਤ ਜੀ ਨੇ ਜੋ ਧਾਰਨਾਵਾਂ ਬਣਾ ਰੱਖੀਆਂ ਹੋਈਆਂ ਸਨ ਅਤੇ ਜਿਨ੍ਹਾਂ ਦਾ ਉਹ ਬੇਬਾਕ ਤੇ ਬੇਖੌਫ ਲਹਿਜੇ ਵਿੱਚ ਪ੍ਰਚਾਰ ਕਰ ਰਹੇ ਸਨ, ਉਹ ਉਸ ਦੇ ਮਨ ਦਾ ਵਹਿਮ ਅਥਵਾ ਝੱਲ ਹੀ ਸੀ, ਹਕੀਕਤ ਨਾਲ ਜਿਸ ਦਾ ਕੋਈ ਜ਼ਿਆਦਾ ਵਾਹ ਵਾਸਤਾ ਨਹੀਂ ਸੀ। ਦੂਜਾ, ਉਹ ਨੈਤਿਕ ਕਿਰਦਾਰ ਦੇ ਲਿਹਾਜ਼ ਨਾਲ ਸੰਤ ਜਰਨੈਲ ਸਿੰਘ ਨੂੰ ਆਪਣੇ ਜਿਹਾ ਜਾਂ ਆਮ ਦੁਨਿਆਵੀ ਵਿਅਕਤੀਆਂ ਵਰਗਾ ਹੀ ਚਿਤਵ ਕੇ ਚੱਲਦੇ ਸਨ। ਆਮ ਦੁਨਿਆਵੀ ਬੰਦਿਆਂ ਦਾ ਹਰ ਕਰਮ ਕਿਉਂਕਿ ਕਿਸੇ ਦੁਨਿਆਵੀ ਸਵਾਰਥ ਤੋਂ ਪ੍ਰੇਰਿਤ ਹੁੰਦਾ ਹੈ, ਇਸ ਕਰਕੇ ਸੰਤ ਜਰਨੈਲ ਸਿੰਘ ਦੇ ਨਿੰਦਕ ਉਸਦੇ ਸਮੁੱਚੇ ਆਚਾਰ ਵਿਹਾਰ ਪਿੱਛੇ ਕੰਮ ਕਰਦੇ ਦੁਨਿਆਵੀ ਸਵਾਰਥਾਂ ਬਾਰੇ ਆਪੋ ਆਪਣੀਆਂ ਅਟਕਲਾਂ ਲਾਉਂਦੇ ਰਹੇ, ਜਿਸ ਵਿੱਚੋਂ ਮੀਡੀਆ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਤੇ ਊਜਾਂ ਦਾ ਬਾਜ਼ਾਰ ਸਰਗਰਮ ਰਿਹਾ। ਆਮ ਰਾਜਸੀ ਆਗੂਆਂ ਦੀ ਕਥਨੀ ਤੇ ਕਰਨੀ ਵਿੱਚ ਕਿਉਂਕਿ ਅਕਸਰ ਹੀ ਭਾਰੀ ਅੰਤਰ ਹੁੰਦਾ ਹੈ, ਅਕਾਲੀ ਆਗੂ ਜਿਸ ਦੀ ਜਿਉਂਦੀ ਜਾਗਦੀ ਉਦਾਹਰਨ ਸਨ, ਇਸ ਕਰਕੇ ਸੰਤ ਜਰਨੈਲ ਸਿੰਘ ਦੇ ਨਿੰਦਕ ਉਸਦੇ ਕਥਨਾਂ ਤੇ ਬਿਆਨਾਂ ਨੂੰ ਇਸ ਰੌਸ਼ਨੀ ਵਿੱਚ ਹੀ ਦੇਖਦੇ ਸਨ। ਉਹਨਾਂ ਦੇ ਮਨਾਂ ਵਿੱਚ ਇਹ ਧਾਰਨਾ ਪੱਕੀ ਤਰ੍ਹਾਂ ਵਸ ਗਈ ਹੋਈ ਸੀ ਕਿ ਸੰਤ ਭਿੰਡਰਾਂਵਾਲਾ ਸਰਕਾਰ ਦੀ ਉਸ ਪ੍ਰਤੀ ਧਾਰਨ ਕੀਤੀ ਨਰਮ ਨੀਤੀ ਦਾ ਸਦਕਾ ਹੀ ਸ਼ੇਰ ਬਣਿਆ ਹੋਇਆ ਸੀ ਅਤੇ ਸਰਕਾਰ ਨੇ ਜਦੋਂ ਚਾਹਿਆ ਉਹ ਉਸ ਕੋਲੋਂ ਸੌਖ ਨਾਲ ਹੀ ਆਤਮ ਸਮਰਪਣ ਕਰਵਾ ਲਵੇਗੀ ਜਾਂ ਇਨਕਾਰ ਦੀ ਸੂਰਤ ਵਿੱਚ ਉਸ ਨੂੰ ਸੌਖਿਆਂ ਹੀ ਗ੍ਰਿਫਤਾਰ ਕਰ ਲਵੇਗੀ ਅਤੇ ਜ਼ਿਆਦਾ ਹੋਇਆ ਤਾਂ ਉਸ ਨੂੰ ਗੋਲੀਆਂ ਨਾਲ ਭੁੰਨ ਦੇਵੇਗੀ। ਬਸ ਉਹਨਾਂ ਨੂੰ ਇਸ ਗੱਲ ਦੀ ਉੱਕਾ ਹੀ ਤਵੱਕੋ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਤੇ ਉਸ ਦੇ ਮੁੱਠੀ ਭਰ ਸਮਰਥਕ ਭਾਰਤੀ ਫੌਜ ਨਾਲ ਸੱਚਮੁੱਚ ਵਿੱਚ ਕਰਾਰੀ ਟੱਕਰ ਲੈਣਗੇ ਤੇ ਆਪਣੇ ਕਥਨਾਂ ਨੂੰ ਸੱਚਮੁੱਚ ਹੀ ਸੱਚ ਕਰ ਦਿਖਾਉਣਗੇ। ਇਹ ਗੱਲ ਉਹਨਾਂ ਦੀ ਕਲਪਨਾ ਤੋਂ ਬਾਹਰ ਸੀ। ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਵਹਿਸ਼ੀ ਹਮਲੇ ਦੀ ਠੋਸ ਹਕੀਕਤ ਨੇ ਜਿੱਥੇ ਭਾਰਤੀ ਰਾਜ ਦੀ ਫਿਰਕੂ ਫਾਸ਼ੀ ਖਸਲਤ ਅਤੇ ਹਿੰਦੂ ਮਾਨਸਿਕਤਾ ਦੇ ਸਿੱਖ ਦੋਖੀ ਸੁਭਾਅ ਤੇ ਲੱਛਣਾਂ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਸਿਧਾਂਤਕ ਧਾਰਨਾਵਾਂ ਦੀ ਜਚਵੀਂ ਤਸਦੀਕ ਕਰ ਦਿੱਤੀ ਸੀ, ਉੱਥੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਜੁਝਾਰੂ ਸੇਵਕਾਂ ਦੁਆਰਾ ਭਾਰਤੀ ਫੌਜ ਦਾ ਸੂਰਮ ਗਤੀ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਮੁਕਾਮ ਹਾਸਲ ਕਰ ਜਾਣ ਦੇ ਤੱਥ ਨੇ ਉਹਨਾਂ ਦੇ ਨਿੰਦਕਾਂ ਨੂੰ ਜੱਗ ਜਹਾਨ ਦੇ ਸਾਹਮਣੇ ਝੂਠੇ ਤੇ ਸ਼ਰਮਸਾਰ ਕਰਕੇ ਰੱਖ ਦਿੱਤਾ ਸੀ। ਇਸ ਤਰ੍ਹਾਂ ਅੰਤਰ ਗਿਆਨ ਦੇ ਸਾਹਵੇਂ ਦੁਨਿਆਵੀ ਵਿਦਵਤਾ ਦਾ ਘੁਮੰਡ ਚਕਨਾਚੂਰ ਹੋ ਗਿਆ ਸੀ ਅਤੇ ਇਖਲਾਕੀ ਪਾਕੀਜ਼ਗੀ ਦੀ ਸ਼ਾਨ ਮੂਹਰੇ ਦੁਨੀਆਦਾਰੀ ਸਵਾਰਥਾਂ ਦੀ ਖਿੱਲੀ ਉੱਡ ਗਈ ਸੀ। ਅਕਾਲੀ ਆਗੂਆਂ ਨੂੰ ਪਈ ਇਸ ਰਾਜਨੀਤਿਕ ਤੇ ਨੈਤਿਕ ਝੰਬ ਨੇ ਉਹਨਾਂ ਨੂੰ ਕੱਖੋਂ ਹੌਲੇ ਕਰਕੇ ਰੱਖ ਦਿੱਤਾ ਸੀ। ਦਰਬਾਰ ਸਾਹਿਬ ਉੱਤੇ ਕਹਿਰ ਭਰੇ ਫੌਜੀ ਹਮਲੇ ਨਾਲ ਜਿੱਥੇ ਉਹਨਾਂ ਦੇ ਚਿਰਾਂ ਤੋਂ ਬਣੇ ਤੁਰੇ ਆ ਰਹੇ ਕੁਝ ਪ੍ਰਮੁੱਖ ਸਿਧਾਂਤਕ ਵਿਸ਼ਵਾਸਾਂ ਦੀਆਂ ਚੂਲਾਂ ਹਿੱਲ ਗਈਆਂ ਸਨ, ਉੱਥੇ ਸੰਤ ਜਰਨੈਲ ਸਿੰਘ ਤੇ ਹੋਰਨਾਂ ਜੁਝਾਰੂ ਸਿੰਘਾਂ ਵੱਲੋਂ ਦਿਖਾਈ ਸੂਰਮ ਗਤੀ ਤੇ ਕੁਰਬਾਨੀ ਦੀ ਸਪਿਰਿਟ ਮੂਹਰੇ ਉਹ ਆਤਮਿਕ ਤੇ ਇਖਲਾਕੀ ਤੌਰ ਤੇ ਬੌਣੇ ਹੋ ਕੇ ਰਹਿ ਗਏ ਸਨ, ਨਾ ਸਿਰਫ ਸਿੱਖ ਜਨਤਾ ਦੀਆਂ ਨਜ਼ਰਾਂ ਵਿੱਚ ਸਗੋਂ ਖੁਦ ਆਪਣੀਆਂ ਹੀ ਨਜ਼ਰਾਂ ਵਿੱਚ ਵੀ। ਪਰ ਉਹਨਾਂ ਵਿੱਚ ਇੰਨਾ ਇਖਲਾਕੀ ਤਾਣ ਨਹੀਂ ਸੀ ਕਿ ਉਹ ਇਸ ਸੱਚਾਈ ਦਾ ਖੁੱਲ੍ਹਮ ਖੁੱਲ੍ਹਾ ਇਕਬਾਲ ਕਰ ਲੈਂਦੇ। ਇਸ ਕਰਕੇ ਬਾਹਰੀ ਰੂਪ ਵਿੱਚ ਉਹਨਾਂ ਭਲੇ ਹੀ ਇਸ ਸੱਚਾਈ ਤੋਂ ਇਨਕਾਰ ਹੋਣ ਦਾ ਝੂਠਾ ਅੰਦਾਜ਼ ਧਾਰਨ ਕਰੀ ਰੱਖਿਆ, ਪਰ ਆਂਤਰਿਕ ਤੌਰ ਤੇ ਉਹ ਬੁਰੀ ਤਰ੍ਹਾਂ ਟੁੱਟ ਹਾਰ ਗਏ ਸਨ, ਜਿਸ ਕਰਕੇ ਹਮਲੇ ਤੋਂ ਬਾਅਦ ਕੋਈ ਵੀ ਅਕਾਲੀ ਆਗੂ ਸੰਤ ਜਰਨੈਲ ਸਿੰਘ ਦੀ ਖੁੱਲ੍ਹੇ ਰੂਪ ਵਿੱਚ ਨਿੰਦਿਆ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਸਕਿਆ। ਸਿਰਫ ਰਾਜਸੀ ਮਜਬੂਰੀ ਕਰਕੇ ਨਹੀਂ, ਆਪਣੇ ਅੰਦਰਲੀ ਸ਼ਰਮ ਕਰਕੇ ਵੀ। ਇਸ ਤੱਥ ਨੇ ਪਤਵੰਤੇ ਸਿੱਖ ਵਿਦਵਾਨ ਹਲਕਿਆਂ ਦੇ ਪ੍ਰਤੀਕਰਮ ਉੱਤੇ ਵੀ ਆਪਣਾ ਪ੍ਰਭਾਵ ਛੱਡਿਆ। ਹਮਲੇ ਤੋਂ ਪਹਿਲਾਂ ਇਹ ਵਰਗ ਆਮ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮੂੰਹ ਫੱਟ ਆਲੋਚਕ ਬਣਿਆ ਹੋਇਆ ਸੀ, ਪਰ ਅਕਾਲੀ ਆਗੂਆਂ ਦੇ ਉਲਟ, ਕਿਉਂਕਿ ਇਸ ਵਰਗ ਦੀਆਂ ਕੋਈ ਰਾਜਨੀਤਿਕ ਮਜਬੂਰੀਆਂ ਨਹੀਂ ਸਨ, ਇਸ ਕਰਕੇ ਹਮਲੇ ਤੋਂ ਬਾਅਦ ਵੀ ਇਸ ਵਰਗ ਨੇ ਸੰਤ ਜਰਨੈਲ ਸਿੰਘ ਵਿਰੁੱਧ ਲਿਖਣਾ ਬੋਲਣਾ ਭਾਵੇਂ ਪੂਰੀ ਤਰ੍ਹਾਂ ਬੰਦ ਨਹੀਂ ਸੀ ਕੀਤਾ, ਪਰ ਇਸ ਆਲੋਚਨਾ ਵਿੱਚ ਹੁਣ ਪਹਿਲਾਂ ਵਾਲਾ ਡੰਗ ਤੇ ਨੈਤਿਕ ਤਾਣ ਨਹੀਂ ਸੀ ਰਿਹਾ। ਇਸ ਵਰਗ ਦੀਆਂ ਕੁਝ ਪਰਤਾਂ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ, ਦਰਬਾਰ ਸਾਹਿਬ ਭਵਨ ਸਮੂਹ ਦੀ ਹੋਈ ਭਿਆਨਕ ਤਬਾਹੀ ਅਤੇ ਫੌਜ ਦੁਆਰਾ ਆਮ ਸਿੱਖ ਸ਼ਰਧਾਲੂਆਂ ਉੱਤੇ ਢਾਏ ਗਏ ਵਹਿਸ਼ੀ ਅਤਿਆਚਾਰਾਂ ਦੀ ਬਹੁਤ ਤਿੱਖੀ ਤੇ ਜਿਗਰੀ ਪੀੜ ਮਹਿਸੂਸ ਕੀਤੀ ਸੀ।
ਇਸ ਪੀੜ ਦੀ ਵਿਸ਼ੇਸ਼ ਗੱਲ ਇਹ ਸੀ ਕਿ ਇਸ ਵਿੱਚ ਗੁੱਸੇ ਨਾਲੋਂ ਸਦਮੇ ਦਾ ਅੰਸ਼ ਵਧੇਰੇ ਮਾਤਰਾ ਵਿੱਚ ਸੀ ਅਤੇ ਇਸ ਸਦਮੇ ਦਾ ਸਬੱਬ ਨਿਰੋਲ ਧਾਰਮਿਕ ਸੰਵੇਦਨਾ ਨਹੀਂ ਸੀ। ਨਿਰੋਲ ਵਿਅਕਤੀਗਤ ਪੱਧਰ ਤੇ ਭਾਵਨਾਵਾਂ ਦਾ ਉਬਾਲਾ ਜਾਂ ਉਛਾਲਾ ਵੀ ਨਹੀਂ ਸੀ। ਇਸ ਵਿੱਚ ਧਾਰਮਿਕ ਸੰਵੇਦਨਾ ਦੇ ਨਾਲ ਸਿਧਾਂਤਕ ਸੰਵੇਦਨਾ ਦਾ ਤੱਤ ਉਲਝਿਆ ਹੋਇਆ ਸੀ। ਦਰਬਾਰ ਸਾਹਿਬ ਉੱਤੇ ਹਮਲੇ ਨਾਲ ਪਤਵੰਤੇ ਸਿੱਖ ਵਿਦਵਾਨ ਵਰਗ ਦੀਆਂ ਸਿਰਫ ਧਾਰਮਿਕ ਭਾਵਨਾਵਾਂ ਹੀ ਜ਼ਖਮੀ ਨਹੀਂ ਸੀ ਹੋਈਆਂ, ਇਸ ਨਾਲ ਉਹਨਾਂ ਦੀਆਂ ਕੁਝ ਅਹਿਮ ਸਿਧਾਂਤਕ ਮਾਨਤਾਵਾਂ ਦਾ ਵੀ ਸੱਤ ਭੰਗ ਹੋ ਗਿਆ ਸੀ। ਇਹ ਇੱਕ ਮੰਨੀ ਪ੍ਰਮੰਨੀ ਸੱਚਾਈ ਹੈ ਕਿ ਵਿਦਵਾਨ ਭਾਈਚਾਰੇ ਲਈ ਉਹਨਾਂ ਦੇ ਸਿਧਾਂਤਕ ਅਕੀਦੇ ਧਾਰਮਿਕ ਵਿਸ਼ਵਾਸਾਂ ਜਿੰਨੇ ਹੀ ਪਵਿੱਤਰ ਹੁੰਦੇ ਹਨ। ਇਹਨਾਂ ਅਕੀਦਿਆਂ ਨਾਲ ਉਹਨਾਂ ਦਾ ਬਹੁਤ ਕੁਝ ਜੁੜਿਆ ਹੁੰਦਾ ਹੈ। ਉਹਨਾਂ ਦੀ ਰੋਜ਼ੀ ਰੋਟੀ, ਪਛਾਣ, ਰੁਤਬਾ, ਇੱਜ਼ਤ ਤੇ ਮਾਣ ਵਡਿਆਈ ਆਦਿ ਗੱਲ ਕੀ ਜ਼ਿੰਦਗੀ ਦੀ ਸਮੁੱਚੀ ਮਾਦੀ ਤੇ ਰੂਹਾਨੀ ਦੌਲਤ ਇਹਨਾਂ ਨਾਲ ਜੁੜੀ ਤੇ ਇਹਨਾਂ ਦੀ ਰਿਣੀ ਹੁੰਦੀ ਹੈ। ਇਸ ਕਰਕੇ ਜਦ ਕਿਸੇ ਕਾਰਵਾਈ ਜਾਂ ਘਟਨਾਕ੍ਰਮ ਸਦਕਾ ਉਹਨਾਂ ਦੇ ਪਰਮ ਪਵਿੱਤਰ ਸਿਧਾਂਤਕ ਅਕੀਦਿਆਂ ਨੂੰ ਜਰਬ ਪਹੁੰਚਦੀ ਅਥਵਾ ਇਹਨਾਂ ਦੀ ਪ੍ਰਮਾਣਿਕਤਾ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਤਾਂ ਉਹਨਾਂ ਲਈ ਇਹ ਘਟਨਾ ਕਿਸੇ ਪਰਲੋ ਤੋਂ ਘੱਟ ਨਹੀਂ ਹੁੰਦੀ। ਇਸ ਨਾਲ ਉਹਨਾਂ ਨੂੰ ਆਪਣਾ ਸਾਰਾ ਸੰਸਾਰ ਉਜੜਦਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਉਹਨਾਂ ਦੇ ਜੀਵਨ ਭਰ ਦੀ ਕਮਾਈ ਦੇ ਰੁੜ ਪੁੜ ਜਾਣ ਦਾ ਖਤਰਾ ਉਹਨਾਂ ਦੇ ਸਾਹ ਸੂਤ ਲੈਂਦਾ ਹੈ। ਇਹ ਇਸ ਵਰਗ ਦਾ ਆਮ ਲੱਛਣ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆ ਭਾਰਤ ਅਤੇ ਭਾਰਤੀ ਰਾਜ ਨਾਲ ਗਹਿਰਾ ਲਗਾਓ ਰੱਖਣ ਵਾਲੇ ਅਤੇ ਹਿੰਦੂ ਧਰਮ, ਸੰਸਕ੍ਰਿਤੀ ਤੇ ਸਮਾਜ ਨਾਲ ਸਿੱਖਾਂ ਦੀ ਅਟੁੱਟ ਗੂੜੀ ਤੇ ਗਹਿਰੀ ਸਾਕਾਦਗੀ ਦਾ ਹੋਕਾ ਦੇਣ ਵਾਲੇ ਪਤਵੰਤੇ ਸਿੱਖ ਵਿਦਵਾਨ ਭਾਈਚਾਰੇ ਲਈ ਦਰਬਾਰ ਸਾਹਿਬ ਉੱਤੇ ਹਮਲੇ ਦੀ ਘਟਨਾ ਸੱਚਮੁੱਚ ਹੀ ਕਿਸੇ ਪਰਲੋ ਤੋਂ ਘੱਟ ਨਹੀਂ ਸੀ। ਉਹਨਾਂ ਨੇ ਆਪਣੇ ਮਨਾਂ ਵਿੱਚ ਭਾਰਤੀ ਰਾਜ ਦੇ ਜਮਹੂਰੀ ਤੇ ਸੈਕੂਲਰ ਹੋਣ ਬਾਰੇ ਅਤੇ ਹਿੰਦੂ ਸਮਾਜ ਦੀ ਧਾਰਮਿਕ ਰਵਾਦਾਰੀ ਤੇ ਸਹਿਣਸ਼ੀਲਤਾ ਬਾਰੇ ਗੂੜ ਵਿਸ਼ਵਾਸ ਪਾਲ ਰੱਖੇ ਹੋਏ ਸਨ। ਇਹਨਾਂ ਵਿਸ਼ਵਾਸਾਂ ਦਾ ਉਹਨਾਂ ਨੂੰ ਬਹੁਤ ਆਸਰਾ ਤੇ ਧਰਵਾਸ ਸੀ। ਇਸ ਨਾਲ ਉਹ ਭਾਰਤ ਅੰਦਰ ਆਪਣੇ ਆਪ ਨੂੰ ਸੁਰੱਖਿਅਤ ਤੇ ਬੇਖਟਕ ਮਹਿਸੂਸ ਕਰਦੇ ਸਨ। ਉਹ ਇਸ ਸੁਖਦ ਅਹਿਸਾਸ ਦਾ ਪੱਲਾ ਨਹੀਂ ਸੀ ਛੱਡਣਾ ਚਾਹੁੰਦੇ, ਕਿਉਂਕਿ ਇਸ ਪੱਲਾ ਛੁੱਟਣ ਨਾਲ ਉਹਨਾਂ ਦੇ ਜੀਵਨ ਅੰਦਰ ਵੱਡਾ ਉਖੇੜਾ ਆਉਂਦਾ ਸੀ। ਚੱਤੋ ਪਹਿਰ ਬਹੁਗਿਣਤੀ ਭਾਈਚਾਰੇ ਦੇ ਭੈ ਅਤੇ ਡਰਾਵੇ ਹੇਠ ਰਹਿਣਾ ਬਹੁਤ ਭਿਆਨਕ ਤੇ ਦੁਖਦਾਇਕ ਹੁੰਦਾ ਹੈ। ਇਸ ਭੈ ਅਤੇ ਕਸ਼ਟ ਤੋਂ ਸੁਰਖਰੂ ਹੋਣ ਦਾ ਸੌਖਾ ਤੇ ਸਰਲ ਢੰਗ ਇਸ ਦੀ ਸੱਚਾਈ ਤੋਂ ਹੀ ਇਨਕਾਰੀ ਹੋ ਜਾਣਾ ਅਤੇ ਇਸ ਦੀ ਜਗ੍ਹਾ ਮਨ ਵਿੱਚ ਬਾਹਰਮੁਖੀ ਹਕੀਕਤ ਦਾ ਇੱਕ ਝੂਠਾ ਤੇ ਨਕਲੀ ਬਿੰਬ ਬਣਾ ਲੈਣਾ ਹੁੰਦਾ ਹੈ। ਜੇਕਰ ਇਸ ਭੁਲਾਵੇ ਨਾਲ ਸੋਹਣੀ ਜ਼ਿੰਦਗੀ ਬਸਰ ਕੀਤੀ ਜਾ ਸਕਦੀ ਹੋਵੇ ਤਾਂ ਇਸ ਦਾ ਖਹਿੜਾ ਕਿਉਂ ਛੱਡਿਆ ਜਾਵੇ। ਕਮਜ਼ੋਰ ਦਿਲੇ ਲੋਕਾਂ ਲਈ ਸੁੱਖ ਦੇ ਦਿਨ ਕੱਟਣ ਦਾ ਇਹ ਸਭ ਨਾਲੋਂ ਆਸਾਨ ਤਰੀਕਾ ਹੁੰਦਾ ਹੈ। ਵਿਦਵਾਨਾਂ ਵਿੱਚ ਆਮ ਲੋਕਾਂ ਨਾਲੋਂ ਵਾਧੂ ਗੱਲ ਇਹ ਹੁੰਦੀ ਹੈ ਕਿ ਉਹਨਾਂ ਕੋਲ ਮਨ ਦੀ ਕਮਜ਼ੋਰੀ ਨੂੰ ਸਿਧਾਂਤਾਂ ਦੀ ਪੋਸ਼ਾਕ ਪਹਿਨਾਉਣ ਦੀ ਬੌਧਿਕ ਕਾਬਲੀਅਤ ਤੇ ਜਾਚ ਹੁੰਦੀ ਹੈ। ਉਹਨਾਂ ਕੋਲ ਭਰਮ ਛਲਾਵੇ ਨੂੰ ਸੱਚਾਈ ਬਣਾ ਕੇ ਪੇਸ਼ ਕਰਨ ਲਈ ਹਮੇਸ਼ਾ ਹੀ ਅੰਤਰਮੁਖੀ ਦਲੀਲਾਂ ਤੇ ਦ੍ਰਿਸ਼ਟਾਂਤਾਂ ਦਾ ਚੌਖਾ ਭੰਡਾਰ ਹੁੰਦਾ ਹੈ, ਜਿਨ੍ਹਾਂ ਦੀ ਢੁਕਵੀਂ ਵਰਤੋਂ ਕਰਨ ਦੇ ਉਹ ਚੰਗੇ ਉਸਤਾਦ ਹੁੰਦੇ ਹਨ। ਇਸ ਕਰਕੇ ਆਮ ਹਾਲਤ ਵਿੱਚ ਉਹਨਾਂ ਨੂੰ ਦਲੀਲ ਨਾਲ ਕਾਇਲ ਕਰ ਸਕਣਾ ਅਤੇ ਹਕੀਕਤ ਬਾਰੇ ਮਨ ਵਿੱਚ ਬਣਾ ਰੱਖੀ ਝੂਠੀ ਤਸਵੀਰ ਦੇ ਮਾਇਆ ਜਾਲ ਤੋਂ ਸੁਰਖਰੂ ਹੋਣ ਲਈ ਪ੍ਰੇਰਿਤ ਕਰ ਸਕਣਾ ਆਸਾਨ ਨਹੀਂ ਹੁੰਦਾ। ਅਜਿਹਾ ਯਤਨ ਕਰਨ ਵਾਲੇ ਸ਼ਖਸ ਦੇ ਕੋਲ ਜੇਕਰ ਉਹਨਾਂ ਜਿੰਨੀ ਹੀ ਜਾਂ ਉਹਨਾਂ ਤੋਂ ਵੀ ਵੱਧ ਕੇ ਦੁਨਿਆਵੀ ਵਿਦਿਅਕ ਯੋਗਤਾ ਤੇ ਬੌਧਿਕ ਕਾਬਲੀਅਤ ਨਾ ਹੋਵੇ ਅਤੇ ਹਕੀਕਤ ਬਾਰੇ ਉਸ ਦੀ ਸਮਝ ਅਤੇ ਧਾਰਨਾ ਦਾ ਸਬੱਬ ਅੰਤਰ ਗਿਆਨ ਤੇ ਅਨੁਭਵ ਹੋਵੇ ਤਾਂ ਇਸ ਨੂੰ ਉਹ ਸੌਖ ਨਾਲ ਹੀ ਜਹਾਲਤ ਤੇ ਉਜੱਡਪੁਣਾ ਕਹਿ ਕੇ ਰੱਦ ਕਰ ਦਿੰਦੇ ਹਨ। ਉਹਨਾਂ ਵਿੱਚ ਦੁਨਿਆਵੀ ਵਿਦਵਤਾ ਉੱਤੇ ਵਧਵਾ ਮਾਣ ਕਰਨ ਅਤੇ ਅੰਤਰ ਗਿਆਨ ਤੇ ਅਨੁਭਵ ਨੂੰ ਤੁੱਛ ਕਰਕੇ ਜਾਣਨ ਦੀ ਭਾਵਨਾ ਤੇ ਰੁਚੀ ਬਹੁਤ ਬਲਵਾਨ ਹੁੰਦੀ ਹੈ, ਪਰੰਤੂ ਹਕੀਕਤ ਬੜੀ ਬੇਲਿਹਾਜ਼ ਤੇ ਬਲਕਾਰੀ ਹੁੰਦੀ ਹੈ। ਇਤਿਹਾਸ ਦੇ ਉਹ ਬੇਰਹਿਮ ਪਲ ਵੀ ਆਉਂਦੇ ਹਨ ਜਦ ਇਸ ਦੀ ਸ਼ਕਤੀ ਤੇ ਵੇਗ ਮੂਹਰੇ ਖਿਆਲੀ ਧਾਰਨਾਵਾਂ ਦੇ ਬੁੱਤ ਧੜਮ ਕਰਕੇ ਡਿੱਗ ਜਾਂਦੇ ਹਨ। ਭਰਮਾਂ ਦੇ ਸੰਸਾਰ ਵਿੱਚ ਰਹਿ ਰਹੇ ਅਤੇ ਇਸ ਦਾ ਆਨੰਦ ਭੋਗ ਰਹੇ ਵਿਦਵਾਨ ਭਾਈਚਾਰੇ ਲਈ ਅਜਿਹੀਆਂ ਘੜੀਆਂ ਕਰੋਪੀ ਸਮਾਨ ਹੁੰਦੀਆਂ ਹਨ। ਅਜਿਹੀਆਂ ਅਣਕਿਆਸੀ ਤੇ ਅਣਚਾਹੀ ਸਥਿਤੀ ਦੇ ਸਨਮੁਖ ਉਹਨਾਂ ਉੱਤੇ ਆਮ ਹੀ ਲਾਚਾਰਗੀ, ਮਾਯੂਸੀ, ਉਦਾਸੀਨਤਾ, ਬੇਯਕੀਨੀ ਤੇ ਦਿਸ਼ਾਹੀਣਤਾ ਦੇ ਰੌਂ ਹਾਵੀ ਹੋ ਜਾਂਦੇ ਹਨ। ਕਰਤਾਰ ਸਿੰਘ ਦੁੱਗਲ ਨੇ ਆਪਣੀ ਇੱਕ ਲਿਖਤ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਉਪਰੰਤ ਸਿੱਖ ਵਿਦਵਾਨ ਭਾਈਚਾਰੇ ਦੇ ਕੁਝ ਵਰਗਾਂ ਅੰਦਰ ਪੈਦਾ ਹੋਏ ਅਜਿਹੇ ਹੀ ਮਾਨਸਿਕ ਰੌਂ ਦੀ ਇੱਕ ਫਬਮੀ ਝਾਕੀ ਪੇਸ਼ ਕੀਤੀ ਹੈ। ਦੁੱਗਲ ਸਾਹਿਬ ਲਿਖਦੇ ਹਨ ਕਿ ਨੀਲਾ ਤਾਰਾ ਸਾਕੇ ਤੋਂ ਅਗਲੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਦੀ ਕੋਈ ਮੀਟਿੰਗ ਸੀ। ਮਹਿਮਾਨ ਖਾਨੇ ਵਿੱਚ ਮੈਂ ਵੜਿਆ ਹੀ ਸੀ ਕਿ ਮੈਨੂੰ ਦੱਸਿਆ ਗਿਆ ਕਿ ਮੇਰੇ ਮਿੱਤਰ
ਮੁਬਾਰਕ ਸਿੰਘ ਵੀ ਨਾਲ ਦੇ ਕਮਰੇ ਵਿੱਚ ਠਹਿਰੇ ਹੋਏ ਸਨ। ਜਿਤਨਾ ਚਿਰ ਮੇਰਾ ਸਾਮਾਨ ਕਮਰੇ ਵਿੱਚ ਲਿਜਾਇਆ ਜਾ ਰਿਹਾ ਸੀ, ਮੈਂ ਮੁਬਾਰਕ ਨੂੰ ਮਿਲਣ ਤੁਰ ਪਿਆ। ਮੁਬਾਰਕ ਦੇ ਕਮਰੇ ਵਿੱਚ ਅੱਗੇ ਪ੍ਰੋਫੈਸਰ ਗੁਰਬਚਨ ਸਿੰਘ ਤਾਲਿਬ ਵੀ ਆਏ ਬੈਠੇ ਸਨ। ਕਮਰੇ ਵਿੱਚ ਮੁਤਲਿਕ ਖਾਮੋਸ਼ੀ ਸੀ। ਆਮਣੇ ਸਾਹਮਣੇ ਕੁਰਸੀਆਂ ਤੇ ਬੈਠੇ ਮੁਬਾਰਕ ਤੇ ਤਾਲਿਬ ਬਿਟ-ਬਿਟ ਇੱਕ ਦੂਜੇ ਵੱਲ ਦੇਖ ਰਹੇ ਸਨ, ਖਾਮੋਸ਼, ਹੱਕੇ ਬੱਕੇ, ਜਿਵੇਂ ਕਿਸੇ ਨੇ ਕਿਸੇ ਦੇ ਮੂੰਹ ਤੇ ਚਪੇੜ ਕੱਢ ਮਾਰੀ ਹੋਵੇ। ਚੁੱਪ-ਚੁਪੀਤਾ ਮੈਂ ਵੀ ਨਾਲ ਦੀ ਕੁਰਸੀ ਤੇ ਜਾ ਬੈਠਾ। ਕੁਝ ਚਿਰ ਬਾਅਦ ਪਿੱਛੇ ਮੇਰੀ ਚਾਹ ਵੀ ਆ ਗਈ। ਚਾਹ ਮੇਜ਼ ਤੇ ਪਈ ਠੰਡੀ ਹੋ ਗਈ। ਉਸ ਦਿਨ ਆਪਣੇ ਕਮਰੇ ਵਿੱਚ ਪਰਤ ਕੇ ਮੈਂ ਇਹ ਕਵਿਤਾ ਕਹੀ। ਇਸ ਪਿੰਡ ਵਿੱਚ ਚੁੱਪ ਕਿਉਂ ਹੈ? ਇੱਕ ਸਖਤਾ ਛਾਇਆ ਹੈ, ਕੋਈ ਬੰਬ ਕਿਤੇ ਡਿੱਗਿਆ, ਕਿਸੇ ਕੋਠਾ ਢਾਇਆ ਹੈ। ਇਸ ਪਿੰਡ ਵਿੱਚ ਚੁੱਪ ਕਿਉਂ ਹੈ? ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਘਟਨਾ ਨੇ ਪਤਵੰਤੇ ਸਿੱਖ ਵਿਦਵਾਨ ਭਾਈਚਾਰੇ ਲਈ ਭਾਵਨਾਤਮਕ ਤੇ ਸਿਧਾਂਤਕ ਦੋਨੋਂ ਪੱਧਰਾਂ ਤੇ ਭਾਰੀ ਸੰਕਟ ਖੜਾ ਕਰ ਦਿੱਤਾ ਸੀ। ਇਸ ਨਾਲ ਭਾਰਤੀ ਰਾਜ ਤੇ ਹਿੰਦੂ ਸਮਾਜ ਬਾਰੇ ਬਣੇ ਉਸਦੇ ਗੂੜ ਵਿਸ਼ਵਾਸ ਅਜਮਾਇਸ਼ ਦੀ ਕੁਠਾਲੀ ਵਿੱਚ ਪੈ ਗਏ ਸਨ। ਭਾਰਤੀ ਰਾਜ ਨੂੰ ਜਮਹੂਰੀ ਤੇ ਸੈਕੂਲਰ ਸਮਝਣ ਵਾਲੇ ਅਤੇ ਇਸ ਦੀ ਫਿਰਕੂ ਤੇ ਫਾਸ਼ੀਵਾਦੀ ਖਸਲਤ ਦੇ ਤੱਥ ਤੋਂ ਮੁਨਕਰ ਹੋਣ ਵਾਲੇ ਸਿੱਖ ਵਿਦਵਾਨ ਕੋਲ ਇਸ ਹਮਲੇ ਦੀ, ਖਾਸ ਕਰਕੇ ਇਸ ਦੇ ਆਕਾਰ, ਦੁਸ਼ਟਤਾ ਤੇ ਵੈਸ਼ੀਪਣ ਦੀ ਕੋਈ ਵੀ ਜਚਣਹਾਰ ਵਿਆਖਿਆ ਨਹੀਂ ਸੀ। ਹਿੰਦੂ ਸਮਾਜ ਦੀ ਧਾਰਮਿਕ ਫਰਾਖਦਿਲੀ ਤੇ ਸਹਿਣਸ਼ੀਲਤਾ ਦੇ ਸੋਲੇ ਗਾਉਣ ਵਾਲੇ ਅਤੇ ਹਿੰਦੂ ਮਾਨਸਿਕਤਾ ਵਿੱਚ ਲੁਕਵੇਂ ਰੂਪ ਵਿੱਚ ਪਲ ਰਹੀ ਸਿੱਖ ਦੁਸ਼ਮਣੀ ਦੀ ਫਾਸ਼ੀਵਾਦੀ ਪ੍ਰਵਿਰਤੀ ਨੂੰ ਨਾ ਸਿਰਫ ਖੁਦ ਪਛਾਣਨ ਤੋਂ ਅਸਮਰੱਥ, ਸਗੋਂ ਇਸ ਬਾਰੇ ਕਿਸੇ ਪਛਾਣਕਾਰ ਦੀ ਗੱਲ ਨੂੰ ਸੁਣਨ ਤੋਂ ਕੱਟੜਪੁਣੇ ਨਾਲ ਇਨਕਾਰੀ ਸਿੱਖ ਵਿਦਵਾਨਾਂ ਕੋਲ ਹਿੰਦੂ ਵਰਗ ਵੱਲੋਂ ਦਰਬਾਰ ਸਾਹਿਬ ਉੱਤੇ ਹਮਲੇ ਦੀ ਵਿਆਪਕ ਤੇ ਸਮੂਹਕ ਪੱਧਰ ਤੇ ਜੈ ਜੈਕਾਰ ਕਰਨ ਅਤੇ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਵਲੂੰਧਰੇ ਜਜ਼ਬਾਤਾਂ ਪ੍ਰਤੀ ਉਜੜ ਕਿਸਮ ਦੀ ਬੇਰੁਖੀ ਦਿਖਾਉਣ ਦੇ ਅਸ਼ਲੀਲ ਤੱਥ ਦੀ ਕੋਈ ਵੀ ਤਰਕਯੁਕਤ ਵਿਆਖਿਆ ਨਹੀਂ ਸੀ। ਪ੍ਰਗਟ ਹੋਈ ਨਵੀਂ ਸਥਿਤੀ ਦੇ ਸਨਮੁਖ ਉਸਦੇ ਸਿਧਾਂਤਕ ਅਕੀਦੇ ਤੇ ਸੰਕਲਪ ਝੂਠੇ ਪੈ ਗਏ ਸਨ। ਵਿਦਵਾਨ ਵਰਗ ਜਦ ਕਿਸੇ ਅਹਿਮ ਸਮਾਜਿਕ ਵਰਤਾਰੇ ਤੇ ਘਟਨਾਕ੍ਰਮ ਦੀ ਯੋਗ ਵਿਆਖਿਆ ਕਰਨ ਤੋਂ ਅਸਮਰੱਥ ਜਾਂ ਅਯੋਗ ਹੋ ਜਾਵੇ ਤਾਂ ਉਸਦੇ ਸਾਹਮਣੇ ਆਪਣੀ ਬੌਧਿਕ ਹੈਂਕੜ ਤੇ ਹੱਠ ਧਰਮੀ ਨੂੰ ਤਿਆਗਣ, ਆਪਣੇ ਸਿਧਾਂਤਕ ਅਕੀਦਿਆਂ ਤੇ ਧਾਰਨਾਵਾਂ ਦੀ ਖੁੱਲ੍ਹੇ ਮਨ ਨਾਲ ਨਜ਼ਰਸਾਨੀ ਕਰਨ ਅਤੇ ਨਵੇਂ ਪ੍ਰਗਟ ਹੋਏ ਤੱਥਾਂ ਤੇ ਘਟਨਾਵਾਂ ਦੀ ਰੌਸ਼ਨੀ ਵਿੱਚ ਇਹਨਾਂ ਅੰਦਰ ਲੋੜੀਂਦੀ ਸੋਧ ਤੇ ਰੱਦੋ-ਬਦਲ ਕਰਨ ਦੀ ਬੌਧਿਕ ਇਮਾਨਦਾਰੀ, ਕਾਬਲੀਅਤ ਤੇ ਇਖਲਾਕੀ ਜੁਰਅਤ ਦਿਖਾਉਣ ਦੀ ਇਤਿਹਾਸਕ ਲੋੜ ਤੇ ਜ਼ਿੰਮੇਵਾਰੀ ਆਣ ਪੈਂਦੀ ਹੈ। ਇਸ ਇਤਿਹਾਸਕ ਲੋੜ ਤੇ ਜ਼ਿੰਮੇਵਾਰੀ ਪ੍ਰਤੀ ਵਿਦਵਾਨ ਵਰਗ ਦਾ ਹੁੰਗਾਰਾ ਉਸਦੇ ਅਸਲੇ ਦੀ ਪਛਾਣ ਕਰਵਾ ਦਿੰਦਾ ਹੈ। ਇਸ ਅਭਾਗੇ ਤੱਥ ਤੋਂ ਮੁਨਕਰ ਹੋਣਾ ਬੜਾ ਔਖਾ ਹੈ ਕਿ ਇਤਿਹਾਸ ਦੇ ਇਸ ਸ਼ੀਸ਼ੇ 'ਚੋਂ ਸਿੱਖ ਵਿਦਵਾਨ ਭਾਈਚਾਰੇ ਦਾ ਅਕਸ ਬਹੁਤਾ ਉਜਲਾ ਦਿਖਾਈ ਨਹੀਂ ਦਿੰਦਾ। ਭਾਰਤੀ ਹਾਕਮਾਂ ਵੱਲੋਂ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਕਹਿਰ ਭਰਿਆ ਫੌਜੀ ਹਮਲਾ ਤੇ ਹਿੰਦੂ ਵਰਗ ਵੱਲੋਂ ਇਸ ਉੱਤੇ ਪ੍ਰਗਟ ਕੀਤੀ ਗਈ ਅਥਾਹ ਖੁਸ਼ੀ ਕਿਸੇ ਵੀ ਲਿਹਾਜ਼ ਨਾਲ ਕੋਈ ਮਾਮੂਲੀ ਤੇ ਸਧਾਰਨ ਵਾਕਿਆ ਨਹੀਂ ਸੀ। ਇਹ ਦੋਨੋਂ ਗੱਲਾਂ ਇੱਕ ਦੂਜੇ ਨਾਲ ਮੂਲੋਂ ਹੀ ਨਿਖੜੀਆਂ ਹੋਈਆਂ ਤੇ ਅਲੱਗ-ਅਲੱਗ ਨਹੀਂ ਸਨ। ਦੋਨਾਂ ਦਾ ਆਪਸ ਵਿੱਚ ਗੂੜਾ ਸੰਬੰਧ ਜੁੜਿਆ ਹੋਇਆ ਸੀ। ਸਿੱਖ ਵਿਦਵਾਨਾਂ ਦੀ ਇਹ ਬੌਧਿਕ ਜ਼ਿੰਮੇਵਾਰੀ ਤੇ ਨਾਲ ਹੀ ਇਖਲਾਕੀ ਕਰਤੱਵ ਬਣਦਾ ਸੀ ਕਿ ਉਹ ਉਪਰੋਕਤ ਦੋਨੋਂ ਵਾਕਿਆਤ ਅਤੇ ਇਹਨਾਂ ਦੇ ਆਪਸੀ ਗੂੜ ਰਿਸ਼ਤੇ ਦੀ ਸੰਤੋਖਜਨਕ ਸਿਧਾਂਤਕ ਵਿਆਖਿਆ ਪੇਸ਼ ਕਰਦੇ। ਇਸ ਨਾਲ ਜਿੱਥੇ ਉਹਨਾਂ ਦੀ ਸਮਾਜੀ ਵਰਤਾਰਿਆਂ ਬਾਰੇ ਆਪਣੀ ਸਮਝ ਹੋਰ ਡੂੰਘੀ ਤੇ ਪਕੇਰੀ ਹੋਣੀ ਸੀ, ਉੱਥੇ ਇਸਨੇ ਸਿੱਖ ਜਨਤਾ ਨੂੰ ਵੀ ਨਵੀਂ ਚੇਤਨਾ ਤੇ ਸਿਧਾਂਤਕ ਸੇਧ ਮੁਹੱਈਆ ਕਰਨੀ ਸੀ, ਜਿਸ ਨਾਲ ਸਿੱਖ ਸੰਘਰਸ਼ ਦੇ ਸਹੀ ਦਿਸ਼ਾ ਵਿੱਚ ਅੱਗੇ ਵਧਣ ਦੀ ਆਸ਼ਾ ਕੀਤੀ ਜਾ ਸਕਦੀ ਸੀ। ਪਰ ਅਫਸੋਸ ਵਸ ਇਸ ਮਾਮਲੇ ਵਿੱਚ ਪਤਵੰਤੇ ਸਿੱਖ ਵਿਦਵਾਨ ਭਾਈਚਾਰੇ ਦਾ ਸਮੁੱਚਾ ਵਿਹਾਰ ਤੇ ਵਤੀਰਾ ਬੇਹੱਦ ਅਸੰਤੋਖਜਨਕ ਸਾਬਤ ਹੋਇਆ। ਹਿੰਦੂ ਵਰਗ ਵੱਲੋਂ ਪ੍ਰਗਟਾਈ ਅਸੀਮ ਖੁਸ਼ੀ ਦੇ ਤੱਥ ਨੂੰ ਲਗਭਗ ਹਰ ਇੱਕ ਵਿਦਵਾਨ ਨੇ ਮੰਨਿਆ, ਪਰ ਕਿਸੇ ਨੇ ਵੀ ਇਸ ਤੱਥ ਦੀ ਤਰਕਯੁਕਤ ਵਿਆਖਿਆ ਕਰਨ ਅਥਵਾ ਇਸ ਵਰਤਾਰੇ ਦੇ ਡੂੰਘੇ ਹਕੀਕੀ ਕਾਰਨਾਂ ਦੀ ਪਛਾਣ ਤੇ ਵਿਆਖਿਆ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ। ਸਿੱਖ ਵਿਦਵਾਨ ਭਾਈਚਾਰੇ ਵੱਲੋਂ ਇਸ ਅਹਿਮ ਵਰਤਾਰੇ ਪ੍ਰਤੀ ਇਸ ਕਦਰ ਟਾਲੂ ਵਤੀਰਾ ਧਾਰਨ ਕਰ ਲੈਣਾ ਆਪਣੇ ਆਪ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ। ਉਦਾਹਰਨ ਵਜੋਂ ਪ੍ਰੋਫੈਸਰ ਦਰਸ਼ਨ ਸਿੰਘ ਮੈਣੀ ਨੂੰ ਦੇਖੋ। ਉਹਨਾਂ ਨੇ ਇਸ ਬਾਹਰਮੁਖੀ ਤੱਥ ਨੂੰ ਕਿੰਨੇ ਖੂਬਸੂਰਤ ਤੇ ਬੇਬਾਕ ਲਹਿਜੇ ਵਿੱਚ ਬਿਆਨ ਕੀਤਾ ਹੈ। ਉਹ ਲਿਖਦੇ ਹਨ ਕਿ ਸ਼ਾਇਦ ਹੀ ਕੋਈ ਹਿੰਦੂ ਹੋਵੇਗਾ ਜੋ ਘਟਨਾਵਾਂ ਦੇ ਇਸ ਰੁਖ ਤੋਂ ਬਾਗੋ-ਬਾਗ ਨਹੀਂ ਹੋਇਆ ਤੇ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ। ਘੱਟ ਹੀ ਕੋਈ ਸਿੱਖ ਨੇਤਰ ਹੋਵੇਗਾ ਜੋ ਨਮ ਨਹੀਂ ਹੋਇਆ। ਇਸ ਤਰ੍ਹਾਂ ਇੱਥੇ ਜਜ਼ਬਾਤ ਦੋ ਉਲਟੀਆਂ ਦਿਸ਼ਾਵਾਂ ਮੱਲੀ ਖੜੋਤੇ ਹਨ। ਇੱਕ ਪਾਸੇ ਕੁਥਾਵਾਂ, ਹਰਸ਼ੋ ਹੁਲਾਸ ਅਤੇ ਦੂਜੇ ਪਾਸੇ ਵੱਡਾ ਭਾਰੀ ਸਦਮਾ। ਇਸ ਗੱਲ ਵਿੱਚ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ।
ਉੱਪਰੋਂ ਲੈ ਕੇ ਹੇਠਾਂ ਤੱਕ ਪੈ ਚੁੱਕੀ ਇਹ ਦੁਫੇੜ ਭਲੇ ਹੀ ਬਦਬਖਤ ਹੈ। ਜਾਨ, ਅੰਗ ਤੇ ਜਾਇਦਾਦ ਦੇ ਨੁਕਸਾਨ ਨਾਲੋਂ ਵੀ ਵੱਡੀ ਤਰਾਸਦੀ ਹੈ ਇਹ, ਪਰ ਇਹ ਰੋਜ਼ਾਨਾ ਜ਼ਿੰਦਗੀ ਦਾ ਸੱਚ ਬਣ ਗਈ ਹੈ। ਇਹ ਮਹਾਦੁਫੇੜ ਹੈ ਜੋ ਸੰਭਾਵਿਤ ਤੌਰ ਤੇ ਭਾਰਤ ਲਈ ਸਭ ਤੋਂ ਵੱਡਾ ਖਤਰਾ ਹੈ। ਬਸ ਪ੍ਰੋਫੈਸਰ ਸਾਹਿਬ ਇੰਨੀ ਗੱਲ ਕਹਿ ਕੇ ਸੰਤੁਸ਼ਟ ਤੇ ਖਾਮੋਸ਼ ਹੋ ਗਏ, ਕਿਉਂਕਿ ਇਸ ਤੋਂ ਅੱਗੇ ਵਿਚਾਰਾਂ ਦਾ ਵਰਜਿਤ ਖੇਤਰ ਸ਼ੁਰੂ ਹੋ ਜਾਂਦਾ ਹੈ, ਜਿੱਥੇ ਜਾ ਕੇ ਪਤਵੰਤੇ ਸਿੱਖ ਵਿਦਵਾਨਾਂ ਦੇ ਉਹਨਾਂ ਗੂੜ ਵਿਸ਼ਵਾਸਾਂ ਜਿਨ੍ਹਾਂ ਦਾ ਉਹਨਾਂ ਨੇ ਰੱਬ ਜਿੰਨਾ ਆਸਰਾ ਤੱਕ ਰੱਖਿਆ ਹੋਇਆ ਹੈ ਦੀਆਂ ਨੀਹਾਂ ਉਖੜ ਜਾਂਦੀਆਂ ਹਨ। ਇਸ ਕਰਕੇ ਉਹਨਾਂ ਦਾ ਅੰਤਰਮੁਖੀ ਮਨ ਉਹਨਾਂ ਨੂੰ ਇਸ ਰਾਹ ਪੈਣ ਤੋਂ ਸਖਤੀ ਨਾਲ ਵਰਜ ਦਿੰਦਾ ਹੈ। ਰਾਸ਼ਟਰ ਭਗਤ ਸਿੱਖ ਵਿਦਵਾਨ ਵਰਗ ਨੇ ਦਰਬਾਰ ਸਾਹਿਬ ਉੱਤੇ ਹਮਲੇ ਦੇ ਪਿੱਛੇ ਕੰਮ ਕਰਦੇ ਅਸਲੀ ਡੂੰਘੇ ਕਾਰਨਾਂ ਤੇ ਮਨੋਰਥਾਂ ਨੂੰ ਗਹਿਰਾਈ ਵਿੱਚ ਜਾ ਕੇ ਸਮਝਣ ਅਤੇ ਇਸ ਸਮਝ ਦੀ ਤੇਜ਼ ਰੌਸ਼ਨੀ ਵਿੱਚ ਭਾਰਤੀ ਹਾਕਮਾਂ ਦੀ ਝੂਠ ਬਿਆਨੀ, ਮੱਕਾਰੀ ਤੇ ਦੁਸ਼ਟਤਾ ਨੂੰ ਜੱਗ ਸਾਹਮਣੇ ਬੇਪਰਦ ਕਰਨ ਦੀ ਥਾਵੇਂ ਹਮਲੇ ਦੀ ਲੋੜ ਤੇ ਨੌਬਤ ਪੈਦਾ ਹੋ ਜਾਣ ਬਾਰੇ ਭਾਰਤੀ ਹਾਕਮਾਂ ਦੁਆਰਾ ਪੇਸ਼ ਕੀਤੇ ਗਏ ਤਰਕ ਨੂੰ ਮੂਲ ਰੂਪ ਵਿੱਚ ਪ੍ਰਵਾਨ ਕਰ ਲਿਆ ਸੀ। ਵੇਖੀਏ ਕਿਵੇਂ। ਸਿੱਖ ਸਿਧਾਂਤਾਂ ਤੇ ਰਵਾਇਤਾਂ ਦੀ ਗੱਲ। ਭਾਰਤੀ ਹਾਕਮਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੇ ਜੋ ਜ਼ਾਹਰਾ ਕਾਰਨ ਦੱਸੇ, ਉਹ ਇਸ ਤਰ੍ਹਾਂ ਸਨ ਕਿ ਦਰਬਾਰ ਸਾਹਿਬ ਅੰਦਰ ਅੱਤਵਾਦੀਆਂ, ਕਾਨੂੰਨ ਦੇ ਭਗੌੜਿਆਂ ਤੇ ਹੱਤਿਆਰਿਆਂ ਨੇ ਪਨਾਹ ਲੈ ਰੱਖੀ ਹੋਈ ਸੀ। ਦਰਬਾਰ ਸਾਹਿਬ ਨੂੰ ਉਹਨਾਂ ਨੇ ਨਜਾਇਜ਼ ਹਥਿਆਰਾਂ ਤੇ ਅਸਲੇ ਦਾ ਜ਼ਖੀਰਾ ਅਤੇ ਦੇਸ਼ ਵਿਰੋਧੀ ਕਾਰਵਾਈਆਂ ਤੇ ਹਿੰਸਕ ਵਾਰਦਾਤਾਂ ਦਾ ਅੱਡਾ ਬਣਾਇਆ ਹੋਇਆ ਸੀ। ਕਿਉਂ ਜੋ ਇਸ ਨਾਲ ਇੱਕ ਤਾਂ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਮਾਣ ਮਰਿਆਦਾ ਭੰਗ ਹੋ ਰਹੀ ਸੀ ਅਤੇ ਦੂਜਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਗੰਭੀਰ ਖਤਰਾ ਖੜਾ ਹੋ ਗਿਆ ਸੀ, ਜਿਸ ਕਰਕੇ ਦਰਬਾਰ ਸਾਹਿਬ ਨੂੰ ਇਹਨਾਂ ਤੱਤਾਂ ਤੋਂ ਮੁਕਤ ਕਰਾਉਣਾ ਜ਼ਰੂਰੀ ਤੇ ਲਾਜ਼ਮੀ ਹੋ ਗਿਆ ਸੀ। ਪਤਵੰਤੇ ਸਿੱਖ ਵਰਗ ਅਤੇ ਵਿਦਵਾਨ ਭਾਈਚਾਰੇ ਦਾ ਭਾਰਤੀ ਹਾਕਮਾਂ ਦੁਆਰਾ ਹਮਲੇ ਨੂੰ ਵਾਜਬ ਤੇ ਜ਼ਰੂਰੀ ਠਹਿਰਾਉਣ ਲਈ ਦਰਸਾਏ ਗਏ ਉਪਰੋਕਤ ਤਰਕ ਦੇ ਮੂਲ ਆਧਾਰ ਨਾਲ ਕੋਈ ਮਤ ਵਖਰੇਵਾ ਨਹੀਂ ਸੀ। ਉਹ ਭਾਰਤ ਸਰਕਾਰ ਦੁਆਰਾ ਦਰਬਾਰ ਸਾਹਿਬ ਅੰਦਰ ਕੀਤੀ ਗਈ ਫੌਜੀ ਕਾਰਵਾਈ ਨੂੰ ਅਸੂਲੀ ਤੌਰ ਤੇ ਗਲਤ ਜਾਂ ਅਣਉਚਿਤ ਨਹੀਂ ਸੀ ਮੰਨਦੇ। ਉਹਨਾਂ ਦਾ ਵੱਧ ਇਤਰਾਜ਼ ਇਹ ਸੀ ਕਿ ਸਰਕਾਰ ਨੇ ਤਾਕਤ ਦੀ ਲੋੜ ਨਾਲੋਂ ਵਧਵੀਂ ਤੇ ਬੇਦਰੇਗ ਵਰਤੋਂ ਕੀਤੀ ਸੀ, ਜਿਸ ਨਾਲ ਅਕਾਲ ਤਖਤ ਸਾਹਿਬ ਦਾ ਬਰਦਾਸ਼ਤ ਤੋਂ ਬਾਹਰਾ ਨੁਕਸਾਨ ਹੋਇਆ। ਦਰਬਾਰ ਸਾਹਿਬ ਦੀ ਭਾਰੀ ਬੇਅਦਬੀ ਹੋਈ ਅਤੇ ਨਤੀਜੇ ਵਜੋਂ ਸਿੱਖ ਭਾਈਚਾਰੇ ਦੇ ਧਾਰਮਿਕ ਜਜ਼ਬਾਤਾਂ ਨੂੰ ਗਹਿਰੀ ਸੱਟ ਵੱਜੀ। ਉਹਨਾਂ ਦੀ ਦਲੀਲ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਸਦੇ ਸਾਥੀਆਂ ਨੂੰ ਕਿਸੇ ਹੋਰ ਘੱਟ ਵਿਨਾਸ਼ਕਾਰੀ ਢੰਗ ਨਾਲ ਕਾਬੂ ਕੀਤਾ ਜਾਣਾ ਚਾਹੀਦਾ ਸੀ, ਜੋ ਕਿ ਉਹਨਾਂ ਮੁਤਾਬਕ ਅਸੰਭਵ ਗੱਲ ਨਹੀਂ ਸੀ। ਪਤਵੰਤੇ ਸਿੱਖ ਵਰਗ ਦੇ ਇਸ ਦ੍ਰਿਸ਼ਟੀਕੋਣ ਵਿੱਚੋਂ ਦੋ ਅਹਿਮ ਨੁਕਤੇ ਉੱਭਰਦੇ ਹਨ, ਜਿਨ੍ਹਾਂ ਦਾ ਸਬੰਧ ਸਿੱਖ ਸਿਧਾਂਤਾਂ ਤੇ ਰਵਾਇਤਾਂ ਬਾਰੇ ਸਮਝ ਤੇ ਇਹਨਾਂ ਦੀ ਅਰਥ ਪੇਸ਼ਕਾਰੀ ਨਾਲ ਜਾ ਜੁੜਦਾ ਹੈ। ਇਸ ਗੱਲ ਵਿੱਚ ਰੱਤੀ ਵੀ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਭਾਰਤੀ ਹਾਕਮਾਂ ਨੂੰ ਹਥਿਆਰਬੰਦ ਚੁਣੌਤੀ ਦੇਣੀ ਸਟੇਟ ਅਤੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਨਾਕਾਬਲੇ ਮੁਆਫ ਗੁਨਾਹ ਸੀ, ਜਿਸ ਨੂੰ ਸਹਿਣ ਕੀਤਾ ਜਾਣਾ ਸਟੇਟ ਦੇ ਲਈ ਅਸੰਭਵ ਜਿਹੀ ਗੱਲ ਸੀ। ਪਰ ਕੀ ਸਿਰਫ ਇਸ ਬਿਨਾਹ ਤੇ ਹੀ ਇਸ ਵਿਰੁੱਧ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਦੀ ਅਵਗਿਆ ਕਰਨ ਦਾ ਫਤਵਾ ਦਿੱਤਾ ਜਾ ਸਕਦਾ ਹੈ? ਕਿ ਇਹ ਗੱਲ ਉੱਕਾ ਹੀ ਸੰਭਵ ਨਹੀਂ ਹੈ ਕਿ ਕੋਈ ਕਰਮ ਸਮਕਾਲੀ ਰਾਜ ਤੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਭਲੇ ਹੀ ਸੰਗੀਨ ਅਪਰਾਧ ਸਮਝਿਆ ਜਾਵੇ, ਪਰ ਸਿੱਖ ਪਰੰਪਰਾ ਮੁਤਾਬਕ ਉਹ ਪੂਰੀ ਤਰ੍ਹਾਂ ਯੋਗ ਤੇ ਵਾਜਬ ਹੋ ਸਕਦਾ ਹੈ। ਦੂਜਾ, ਇਸੇ ਹੀ ਤਰ੍ਹਾਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੌਜੂਦਾ ਕਾਲ ਵਿੱਚ ਦਰਬਾਰ ਸਾਹਿਬ ਭਵਨ ਸਮੂਹ ਦੀ ਰਾਜ ਵਿਰੋਧੀ ਰਾਜਨੀਤਿਕ ਸਰਗਰਮੀਆਂ ਦੇ ਕੇਂਦਰ ਵਜੋਂ ਵਰਤੋਂ ਕਰਨੀ ਭਾਰਤੀ ਹਾਕਮਾਂ ਦੇ ਹਿੱਤਾਂ ਲਈ ਉੱਕਾ ਹੀ ਮੁਆਫਕ ਨਹੀਂ ਹੈ। ਦਰਬਾਰ ਸਾਹਿਬ ਦੀ ਧਾਰਮਿਕ ਪਵਿੱਤਰਤਾ ਤੇ ਮਾਣ ਮਰਿਆਦਾ ਬਾਰੇ ਭਾਰਤੀ ਹਾਕਮਾਂ ਦਾ ਆਪਣਾ ਇੱਕ ਦ੍ਰਿਸ਼ਟੀਕੋਣ ਹੈ, ਜੋ ਉਹਨਾਂ ਦੇ ਮੌਜੂਦਾ ਰਾਜਸੀ ਹਿੱਤਾਂ ਤੇ ਸਵਾਰਥਾਂ ਦੇ ਅਨੁਕੂਲ ਤੇ ਇਹਨਾਂ ਦੀ ਸੇਵਾ ਪੂਰਤੀ ਕਰਦਾ ਹੈ। ਪਰ ਸਿੱਖ ਸਿਧਾਂਤਾਂ ਤੇ ਰਵਾਇਤਾਂ ਦੀ ਦ੍ਰਿਸ਼ਟੀ ਤੋਂ ਦੇਖਿਆਂ ਦਰਬਾਰ ਸਾਹਿਬ ਭਵਨ ਸਮੂਹ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਭਾਰਤੀ ਹਾਕਮਾਂ ਦੇ ਜ਼ੁਲਮਾਂ ਵਿਰੁੱਧ ਟਾਕਰੇ ਦੀ ਜੰਗ ਦਾ ਕੇਂਦਰ ਬਣਾਉਣਾ ਕੀ ਅਯੋਗ ਠਹਿਰਾਇਆ ਜਾ ਸਕਦਾ ਹੈ? ਕਿਉਂਕਿ ਇੱਥੇ ਮਸਲਾ ਰਾਜਨੀਤਿਕ ਸੰਘਰਸ਼ ਦੇ ਪੁਰਅਮਨ ਜਾਂ ਹਥਿਆਰਬੰਦ ਹੋਣ ਦਾ ਨਹੀਂ ਹੈ। ਇਸ ਬਾਰੇ ਸਿੱਖ ਭਾਈਚਾਰੇ ਅੰਦਰ ਅਲੱਗ-ਅਲੱਗ ਮਤ ਰਾਵਾਂ ਹੋ ਸਕਦੀਆਂ ਹਨ। ਮਸਲਾ ਦਰਬਾਰ ਸਾਹਿਬ ਨਾਲ ਜੁੜੀਆਂ ਸਿੱਖ ਰਵਾਇਤਾਂ ਬਾਰੇ ਸਹੀ ਸਮਝ ਤੇ ਇਹਨਾਂ ਦੀ ਦਰੁਸਤ ਅਰਥ ਪੇਸ਼ਕਾਰੀ ਦਾ ਹੈ। ਇੱਥੇ ਦੋ ਗੱਲਾਂ ਨੂੰ ਆਪਸ ਵਿੱਚ ਨਿਖੇੜ ਕੇ ਦੇਖਿਆ ਜਾਣਾ ਚਾਹੀਦਾ ਹੈ। ਇੱਕ, ਦਰਬਾਰ ਸਾਹਿਬ ਭਵਨ ਸਮੂਹ ਨੂੰ ਆਮ ਰੂਪ ਵਿੱਚ ਹੀ ਹੱਕ ਤੇ ਇਨਸਾਫ ਲਈ ਰਾਜਨੀਤਿਕ ਸੰਘਰਸ਼ ਦਾ ਕੇਂਦਰ ਬਣਾਉਣਾ। ਦੂਜਾ, ਇਸ ਨੂੰ ਸਮਕਾਲੀ ਰਾਜ ਵਿਰੁੱਧ ਹਥਿਆਰਬੰਦ ਵਿਦਰੋਹ ਜਾਂ ਸੰਘਰਸ਼ ਦਾ ਕੇਂਦਰ ਬਣਾਉਣਾ। ਇਤਿਹਾਸਕ ਤਜਰਬੇ ਚੋਂ ਇਹ ਤੱਥ ਭਲੀ ਭਾਂਤ ਰੂਪ ਵਿੱਚ ਉਘੜ ਕੇ ਸਾਹਮਣੇ ਆ ਜਾਂਦਾ ਹੈ ਕਿ ਸੰਘਰਸ਼ ਦਾ ਰੂਪ ਭਾਵੇਂ ਕੋਈ ਵੀ ਹੋਵੇ, ਇਹ ਪੁਰਅਮਨ ਹੋਵੇ ਜਾਂ ਹਥਿਆਰਬੰਦ, ਦਰਬਾਰ ਸਾਹਿਬ ਦੀ ਹੱਕ ਤੇ ਇਨਸਾਫ ਲਈ ਰਾਜਸੀ ਸੰਘਰਸ਼ ਦੇ ਕੇਂਦਰ ਵਜੋਂ ਵਰਤੋਂ ਸਮਕਾਲੀ ਹੁਕਮਰਾਨਾਂ ਨੂੰ ਕਦੇ ਵੀ ਨਹੀਂ ਸੁਖਾਈ।
ਭਾਈ ਮਨੀ ਸਿੰਘ ਨੇ ਸਮਕਾਲੀ ਮੁਗਲ ਹਕੂਮਤ ਵਿਰੁੱਧ ਕੋਈ ਹਥਿਆਰਬੰਦ ਜਹਾਦ ਖੜਾ ਨਹੀਂ ਸੀ ਕੀਤਾ, ਪਰ ਇਸ ਦੇ ਬਾਵਜੂਦ ਦਰਬਾਰ ਸਾਹਿਬ ਦਾ ਸਿੱਖ ਸਰਗਰਮੀਆਂ ਦੇ ਕੇਂਦਰ ਵਜੋਂ ਉੱਭਰਨਾ ਮੁਗਲ ਹਾਕਮਾਂ ਕੋਲੋਂ ਬਰਦਾਸ਼ਤ ਨਹੀਂ ਸੀ ਹੋ ਸਕਿਆ। ਬਰਤਾਨਵੀ ਰਾਜ ਦੌਰਾਨ ਸਿੱਖਾਂ ਦਾ ਸੰਘਰਸ਼ ਪੂਰੀ ਤਰ੍ਹਾਂ ਪੁਰਅਮਨ ਰਿਹਾ, ਪਰ ਇਸ ਦੇ ਬਾਵਜੂਦ ਦਰਬਾਰ ਸਾਹਿਬ ਦੀ ਰਾਜਸੀ ਸਰਗਰਮੀਆਂ ਦੇ ਕੇਂਦਰ ਵਜੋਂ ਵਰਤੋਂ ਉੱਤੇ ਉਹਨਾਂ ਨੂੰ ਲਗਾਤਾਰ ਭਾਰੀ ਔਖ ਹੁੰਦੀ ਰਹੀ ਅਤੇ ਇਸ ਦੀ ਰੋਕਥਾਮ ਵਜੋਂ ਉਹ ਸਿੱਖ ਸਮਾਜ ਅੰਦਰਲੇ ਆਪਣੇ ਪਿੱਠੂ ਤੱਤਾਂ ਦੀ ਮਦਦ ਦੇ ਜ਼ਰੀਏ ਦਰਬਾਰ ਸਾਹਿਬ ਉੱਤੇ ਆਪਣਾ ਕਸਵਾਂ ਕੰਟਰੋਲ ਸਥਾਪਿਤ ਕਰਨ ਦੇ ਨਿਰੰਤਰ ਯਤਨ ਕਰਦੇ ਰਹੇ ਸਨ। ਇਸੇ ਹੀ ਤਰ੍ਹਾਂ 1947 ਵਿੱਚ ਭਾਰਤ ਦੇ ਆਜ਼ਾਦ ਹੁੰਦਿਆਂ ਹੀ ਹਿੰਦੂ ਹਾਕਮਾਂ ਨੂੰ ਦਰਬਾਰ ਸਾਹਿਬ ਦੀ ਰਾਜਸੀ ਸਰਗਰਮੀਆਂ ਦੇ ਕੇਂਦਰ ਵਜੋਂ ਵਰਤੋਂ ਯਕਦਮ ਅਯੋਗ ਦਿਖਾਈ ਦੇਣ ਲੱਗ ਪਈ ਸੀ। ਹਾਲਾਂਕਿ ਭਾਰਤ ਦੀ ਆਜ਼ਾਦੀ ਦੀ ਜੱਦੋ-ਜਹਿਦ ਦੇ ਅਮਲ ਦੌਰਾਨ ਦਰਬਾਰ ਸਾਹਿਬ ਦੀ ਅਜਿਹੀ ਭੂਮਿਕਾ ਤੇ ਉਹਨਾਂ ਨੇ ਕਦੇ ਭੁੱਲ ਕੇ ਵੀ ਇਤਰਾਜ਼ ਨਹੀਂ ਸੀ ਜਤਾਇਆ। ਇਹ ਤਕਲੀਫ ਉਹਨਾਂ ਨੂੰ ਅਚਾਨਕ 1947 ਤੋਂ ਬਾਅਦ ਹੀ ਹੋਣ ਲੱਗੀ ਸੀ। 1961 ਵਿੱਚ ਪੰਜਾਬੀ ਸੂਬੇ ਦੇ ਅੰਦੋਲਨ ਦੌਰਾਨ ਦੀ ਟ੍ਰਿਬਿਊਨ ਨੇ ਆਪਣੇ ਇੱਕ ਵਿਹੋਲੇ ਸੰਪਾਦਕੀ ਵਿੱਚ ਗੁਰਦੁਆਰਿਆਂ ਅੰਦਰ ਪੁਲਿਸ ਭੇਜਣ ਦੇ ਕੁਕਰਮ ਦੀ ਫਿਰਕੂ ਵਜ਼ਾਹਤ ਕਰਦਿਆਂ ਲਿਖਿਆ ਸੀ ਕਿ ਪੂਜਾ ਦਾ ਮਾਣ ਸਤਿਕਾਰ ਘਟਾਉਣ ਦੀ ਜ਼ਿੰਮੇਵਾਰੀ ਨਿਰਸੰਦੇਹ ਅਕਾਲੀ ਲੀਡਰਾਂ ਤੇ ਹੀ ਆਉਂਦੀ ਹੈ। ਉਹਨਾਂ ਨੇ ਗੁਰਦੁਆਰਿਆਂ ਨੂੰ ਰਾਜਸੀ ਐਜੀਟੇਸ਼ਨ ਦੇ ਅੱਡਿਆਂ ਦੇ ਰੂਪ ਵਿੱਚ ਵਰਤਿਆ ਹੈ ਅਤੇ ਕਾਨੂੰਨ ਦੇ ਭਗੌੜਿਆਂ ਨੂੰ ਉੱਥੇ ਸ਼ਰਨ ਦਿੱਤੀ ਹੈ। ਇਸ ਕਰਕੇ ਸਰਕਾਰ ਨੇ ਗੁਰਦੁਆਰਿਆਂ ਨੂੰ ਭਗੌੜਿਆਂ ਤੋਂ ਸੁਰਖਰੂ ਕਰਕੇ ਅਸਲ ਵਿੱਚ ਉਹਨਾਂ ਦੀ ਮਾਣ ਮਰਿਆਦਾ ਬਚਾ ਲਈ ਹੈ। ਇਹ 1961 ਦੀਆਂ ਗੱਲਾਂ ਹਨ, ਜਦੋਂ ਸਿੱਖਾਂ ਦਾ ਸਮੁੱਚਾ ਸੰਘਰਸ਼ ਪੂਰਨ ਤੌਰ ਤੇ ਪੁਰਅਮਨ ਚੱਲ ਰਿਹਾ ਸੀ। ਇਸ ਦੇ ਬਾਵਜੂਦ ਵੀ ਜੇਕਰ ਦਰਬਾਰ ਸਾਹਿਬ ਅੰਦਰ ਰਾਜਨੀਤਿਕ ਸਰਗਰਮੀ ਭਾਰਤੀ ਹਾਕਮਾਂ ਅੰਦਰ ਤਿੱਖੀ ਚਿੜ ਤੇ ਔਖ ਪੈਦਾ ਕਰਦੀ ਸੀ ਤਾਂ ਮਤਲਬ ਸਾਫ਼ ਹੈ ਕਿ ਮਸਲਾ ਹਿੰਸਾ ਜਾਂ ਅਹਿੰਸਾ ਦਾ ਨਹੀਂ, ਮਸਲਾ ਰਾਜ ਨੂੰ ਚੁਣੌਤੀ ਦਾ ਹੈ। ਚੁਣੌਤੀ ਦਾ ਰੂਪ ਹਿੰਸਕ ਹੋਵੇ ਜਾਂ ਅਹਿੰਸਕ, ਇਹ ਗੱਲ ਦੋਮ ਦਰਜੇ ਦੀ ਹੈ। ਜ਼ੁਲਮ ਤੇ ਅਨਿਆਂ ਕਮਾ ਰਿਹਾ ਰਾਜ ਕੋਈ ਵੀ ਹੋਵੇ, ਮੁਗਲਿਆ ਹਕੂਮਤ ਹੋਵੇ ਜਾਂ ਬਰਤਾਨਵੀ ਸਾਮਰਾਜ ਅਤੇ ਜਾਂ ਫਿਰ ਹਿੰਦੂ ਸਲਤਨਤ, ਉਸ ਦਾ ਦਰਬਾਰ ਸਾਹਿਬ ਅੰਦਰੋਂ ਉੱਠਣ ਵਾਲੀ ਰਾਜਸੀ ਚੁਣੌਤੀ ਕੋਲੋਂ ਦਹਿਲ ਉੱਠਣਾ ਯਕੀਨੀ ਤੇ ਲਾਜ਼ਮੀ ਹੈ। ਅਤੇ ਮਨੋਵਿਗਿਆਨ ਅਤੇ ਰਾਜਸੀ ਵਿਦਿਆ ਦਾ ਸਬਕ ਹੈ ਕਿ ਦਹਿਲੇ ਹੋਏ ਰਾਜ ਅਕਸਰ ਹੀ ਵੈਸ਼ੀਪੁਣੇ ਤੇ ਉਤਾਰੂ ਹੋ ਜਾਂਦੇ ਹਨ। ਸੋ ਇਸ ਦ੍ਰਿਸ਼ਟੀ ਤੋਂ ਦੇਖਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪ੍ਰਤੀ ਭਾਰਤ ਦੇ ਹਿੰਦੂ ਹਾਕਮਾਂ ਦੀ ਔਖ ਤੇ ਨਾਰਾਜ਼ਗੀ ਦੀ ਅਸਲੀ ਵਜ੍ਹਾ ਸਾਫ਼ ਪਛਾਣੀ ਜਾ ਸਕਦੀ ਹੈ। ਇਸ ਬਾਰੇ ਕੋਈ ਵੀ ਓਲਾ ਜਾਂ ਘਚੋਲਾ ਨਹੀਂ ਰਹਿ ਜਾਂਦਾ। ਜਿੱਥੋਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਦਰਬਾਰ ਸਾਹਿਬ ਸਮੂਹ ਨੂੰ ਜ਼ੁਲਮੀ ਰਾਜ ਵਿਰੁੱਧ ਹਥਿਆਰਬੰਦ ਸੰਘਰਸ਼ ਦਾ ਕੇਂਦਰ ਬਣਾਉਣ ਅਤੇ ਇਸ ਮੰਤਵ ਦੀ ਪੂਰਤੀ ਲਈ ਹਥਿਆਰ ਤੇ ਅਸਲਾ ਆਦਿ ਜਮ੍ਹਾਂ ਕਰਨ ਦੀ ਗੱਲ ਹੈ, ਇਸ ਤੱਥ ਬਾਰੇ ਦੋ ਸੱਚਾਈਆਂ ਸਵੈ ਪ੍ਰਤੱਖ ਹਨ। ਇੱਕ ਤਾਂ ਇਹ ਕਿ ਇਸ ਤੱਥ ਨੇ ਭਾਰਤੀ ਹਾਕਮਾਂ ਨੂੰ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਇੱਕ ਸੁਖਾਲਾ ਬਹਾਨਾ ਤਾਂ ਜ਼ਰੂਰ ਮੁਹੱਈਆ ਕਰ ਦਿੱਤਾ ਸੀ, ਪਰ ਇਹ ਹਮਲੇ ਦਾ ਅਸਲੀ ਤੇ ਮੂਲ ਕਾਰਨ ਕਦਾਚਿਤ ਨਹੀਂ ਸੀ। ਬਹਾਨੇ ਨੂੰ ਮੂਲ ਕਾਰਨ ਬਣਾ ਕੇ ਪੇਸ਼ ਕਰਨਾ ਭਾਰਤ ਦੇ ਹਿੰਦੂ ਹਾਕਮਾਂ ਦਾ ਕਪਟ ਸੀ, ਜੋ ਕਿ ਉਹਨਾਂ ਦੀ ਉਗੜਵੀਂ ਨਸਲੀ ਵਿਸ਼ੇਸ਼ਤਾਈ ਹੈ ਅਤੇ ਇਸ ਕਪਟ ਨੂੰ ਬੋਧੀਓਂ ਨਾ ਫੜ ਸਕਣਾ ਤੇ ਇਸ ਦੇ ਝਾਂਸੇ ਵਿੱਚ ਆ ਜਾਣਾ ਪਤਵੰਤੇ ਸਿੱਖ ਵਿਦਵਾਨ ਭਾਈਚਾਰੇ ਦੀ ਵੱਡੀ ਸਿਧਾਂਤਕ ਕਮਜ਼ੋਰੀ ਅਥਵਾ ਭੁੱਲ ਸੀ, ਜੋ ਕਿ ਉਸ ਦਾ ਸੁਭਾਵੀ ਲੱਛਣ ਹੈ। ਜਦੋਂ ਬਹਾਨੇ ਨੂੰ ਮੂਲ ਕਾਰਨ ਸਮਝ ਲਿਆ ਜਾਂਦਾ ਹੈ ਤਾਂ ਦੋਸ਼ ਦਾ ਭਾਰ ਦੁਸ਼ਮਣ ਧਿਰ ਦੇ ਸਿਰੋਂ ਲੱਥ ਕੇ ਆਪਣੇ ਜਾਂ ਆਪਣਿਆਂ ਦੇ ਸਿਰ ਤੇ ਆ ਟਿਕਦਾ ਹੈ। ਇਹ ਗੱਲ ਦੁਸ਼ਮਣ ਧਿਰ ਨੂੰ ਪੁੱਜ ਕੇ ਰਾਸ ਆਉਂਦੀ ਹੈ। ਸੋ ਜਿਵੇਂ ਕਿ ਅਸੀਂ ਅੱਗੇ ਜਾ ਕੇ ਦੇਖਾਂਗੇ, ਪਤਵੰਤੇ ਸਿੱਖ ਵਰਗ ਅਤੇ ਵਿਦਵਾਨ ਭਾਈਚਾਰੇ ਦੀ ਮੂਲ ਕਾਰਨ ਨੂੰ ਲਾਂਭੇ ਛੱਡ ਕੇ ਬਹਾਨੇ ਤੇ ਫੋਕਸ ਕਰਨ ਦੀ ਇਹ ਸਿਧਾਂਤਕ ਉਕਾਈ ਸਿੱਖ ਸੰਘਰਸ਼ ਲਈ ਬੇਹੱਦ ਹਾਨੀਕਾਰਕ ਸਾਬਤ ਹੋਈ। ਦੂਜੀ ਗੱਲ, ਦਰਬਾਰ ਸਾਹਿਬ ਭਵਨ ਸਮੂਹ ਨੂੰ ਹਥਿਆਰਬੰਦ ਸਰਗਰਮੀਆਂ ਦਾ ਕੇਂਦਰ ਬਣਾਉਣਾ ਅਤੇ ਉੱਥੇ ਹਥਿਆਰ ਤੇ ਅਸਲਾ ਆਦਿ ਜਮ੍ਹਾਂ ਕਰਨਾ ਭਾਰਤੀ ਹਾਕਮਾਂ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਭਲੇ ਹੀ ਸੰਗੀਨ ਜੁਰਮ ਸੀ, ਪਰ ਸਿੱਖ ਦ੍ਰਿਸ਼ਟੀਕੋਣ ਤੋਂ ਦੇਖਿਆ ਇਹ ਕਿਸੇ ਵੀ ਲਿਹਾਜ਼ ਨਾਲ ਸਿੱਖ ਸਿਧਾਂਤਾਂ ਤੇ ਰਵਾਇਤਾਂ ਦਾ ਅਤੇ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਦਾ ਉਲੰਘਣ ਨਹੀਂ ਸੀ। ਇਸ ਮਸਲੇ ਨੂੰ ਸਰਦਾਰ ਕਪੂਰ ਸਿੰਘ ਦੁਆਰਾ ਦਿੱਤੀ ਗਈ ਸਿਧਾਂਤਕ ਵਿਆਖਿਆ ਦੀ ਰੌਸ਼ਨੀ ਵਿੱਚ ਵੱਧ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਕਾਫੀ ਚਿਰ ਪਹਿਲਾਂ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰਾਜਸੀ ਦ੍ਰਿਸ਼ ਉੱਤੇ ਪ੍ਰਗਟ ਹੋਣ ਦੀ ਅਜੇ ਕੋਈ 22-23 ਵੀ ਨਹੀਂ ਸੀ, ਪਰੰਤੂ ਹਿੰਦੂ ਹਾਕਮਾਂ ਨੇ ਆਪਣੀ ਫਿਰਕੂ ਫਿਤਰਤ ਤੇ ਰਾਜਸੀ ਸਵਾਰਥਪੁਣੇ ਚੋਂ ਅਕਾਲੀ ਦਲ ਵਿਰੁੱਧ ਦਰਬਾਰ ਸਾਹਿਬ ਦੀ ਸਿਆਸੀ ਮੰਤਵਾਂ ਲਈ ਅਯੋਗ ਵਰਤੋਂ ਕਰਨ ਦੇ ਦੋਸ਼ਾਂ ਦੀ ਰੱਟ ਲਾਉਣੀ ਸ਼ੁਰੂ ਕਰ ਦਿੱਤੀ ਹੋਈ ਸੀ। ਸਰਦਾਰ ਕਪੂਰ ਸਿੰਘ ਨੇ ਹਿੰਦੂ ਹੁਕਮਰਾਨਾਂ ਦੀ ਇਸ ਅਯੋਗ ਨੁਕਤਾਚੀਨੀ ਦਾ ਸੁਘੜ ਤਰੀਕੇ ਨਾਲ ਜਵਾਬ ਦਿੰਦਿਆਂ ਹੋਇਆਂ ਇੱਕ ਬੇਹੱਦ ਦਲੀਲ ਯੁਕਤ ਲੇਖ ਲਿਖਿਆ ਸੀ, ਜਿਸ ਦਾ ਜ਼ਿਕਰ ਪਹਿਲੇ ਕਾਂਡ ਵਿੱਚ ਵੀ ਹੋ ਚੁੱਕਾ ਹੈ। ਸਰਦਾਰ ਸਾਹਿਬ ਨੇ ਭਾਰਤ ਦੇ ਹਾਕਮਾਂ ਦੇ ਖਾਨੇ ਵਿੱਚ ਇਹ ਗੱਲ ਪਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਸੀ ਕਿ
ਗੋਲਡਨ ਟੈਂਪਲ ਤੇ ਇਸ ਦੇ ਭਵਨ ਸਮੂਹ ਦੀ ਰਾਜਸੀ ਹਿੱਤਾਂ ਲਈ ਵਰਤੋਂ ਬਾਰੇ, ਰਾਜ ਸ਼ਕਤੀ ਦੀਆਂ ਨਜ਼ਰਾਂ ਵਿੱਚ ਦੋਸ਼ੀ ਸਮਝੇ ਜਾਣ ਵਾਲੇ ਤੱਤਾਂ ਦੁਆਰਾ ਇਸ ਦੇ ਅੰਦਰ ਪ੍ਰਵੇਸ਼ ਕਰ ਜਾਣ ਅਤੇ ਇਸ ਨੂੰ ਆਪਣਾ ਅੱਡਾ ਬਣਾ ਲੈਣ ਬਾਰੇ ਅਤੇ ਇਸ ਅੰਦਰੋਂ ਗੈਰ ਧਾਰਮਿਕ ਸਰਗਰਮੀਆਂ ਚਲਾਉਣ ਬਾਰੇ ਲਗਾਤਾਰ ਢੇਰ ਸਾਰੀਆਂ ਗਲਤਫਹਿਮੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਪਰ ਗੋਲਡਨ ਟੈਂਪਲ ਅੰਦਰੋਂ ਸ਼ੁਰੂ ਹੋਈਆਂ ਜਾਂ ਸੰਚਾਲਿਤ ਹੋਈਆਂ ਅਜਿਹੀਆਂ ਕਾਰਵਾਈਆਂ ਨੂੰ ਸਿੱਖਾਂ ਨੇ ਖੁਦ ਕਦੇ ਵੀ ਅਯੋਗ ਨਹੀਂ ਮੰਨਿਆ ਅਤੇ ਨਾ ਹੀ ਇਹਨਾਂ ਨੂੰ ਸਿੱਖ ਫਲਸਫੇ ਦੇ ਉਲਟ ਜਾਂ ਸਿੱਖ ਇਤਿਹਾਸਕ ਰਵਾਇਤਾਂ ਨਾਲ ਟਕਰਾਵੀਆਂ ਸਮਝਿਆ ਹੈ। ਸਰਦਾਰ ਕਪੂਰ ਸਿੰਘ ਨੇ ਸਿੱਖ ਰਵਾਇਤਾਂ ਦੇ ਨਿਆਰੇਪਣ ਦੇ ਸੱਚ ਨੂੰ ਸਮਝਣ ਤੋਂ ਇਨਕਾਰੀ ਹੋਏ ਹਿੰਦੂ ਹਾਕਮਾਂ ਨੂੰ ਸੁਗੜ ਦਲੀਲਬਾਜ਼ੀ ਨਾਲ ਇਹ ਗੱਲ ਸਮਝਾਉਣ ਲਈ ਪੂਰਾ ਤਾਣ ਲਾ ਦਿੱਤਾ ਸੀ ਕਿ ਸਿੱਖਾਂ ਵੱਲੋਂ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਅਤੇ ਪ੍ਰਗਟਾਏ ਜਾ ਰਹੇ ਆਚਾਰ ਵਿਹਾਰ ਵਿੱਚ ਕੁਝ ਵੀ ਨਵਾਂ ਜਾਂ ਅਲੋਕਾਰਾ ਨਹੀਂ ਹੈ, ਕਿਉਂਕਿ ਇਹ ਉਹਨਾਂ ਦੇ ਬੀਤੇ ਇਤਿਹਾਸ ਤੇ ਰਵਾਇਤਾਂ, ਉਹਨਾਂ ਦੇ ਅਕੀਦਿਆਂ ਤੇ ਅਸੂਲਾਂ ਦੇ ਅਨੁਸਾਰ ਹੀ ਹੈ ਅਤੇ ਇਸ ਮਾਮਲੇ ਵਿੱਚ ਉਹਨਾਂ ਉੱਤੇ ਕਿਸੇ ਖਿਲਾਫ ਵਰਜ਼ੀ ਦਾ ਦੂਸ਼ਣ ਨਹੀਂ ਲੱਗ ਸਕਦਾ ਤੇ ਨਾ ਉਹ ਉਹਨਾਂ ਪ੍ਰਤੀ ਜਿਨ੍ਹਾਂ ਦੇ ਹੱਥ ਅੱਜ ਰਾਜ ਸੱਤਾ ਹੈ ਬਦਗੁਮਾਨ ਹੀ ਕਹੇ ਜਾ ਸਕਦੇ ਹਨ। ਅਤੇ ਜੇਕਰ ਭਾਰਤ ਦੇ ਅਜੋਕੇ ਹਾਕਮ ਇਸ ਉੱਤੇ ਨਾ ਖੁਸ਼ੀ ਤੇ ਔਖ ਮਹਿਸੂਸ ਕਰ ਰਹੇ ਹਨ ਤਾਂ ਇਸ ਵਿੱਚ ਸਿੱਖਾਂ ਦੇ ਮੌਜੂਦਾ ਵਤੀਰੇ ਤੇ ਸਮਝ ਦਾ ਕੋਈ ਕਸੂਰ ਨਹੀਂ ਹੈ। ਇਹ ਉਹਨਾਂ ਦੀ ਰੂਹਾਨੀ ਤਬੀਅਤ ਤੇ ਇਤਿਹਾਸ ਵਿੱਚੋਂ ਜਨਮੀ ਵਿਕਸੀ ਮਾਨਸਿਕਤਾ ਦਾ ਕਸੂਰ ਹੈ। ਇਸ ਦੇ ਲਈ ਕੋਈ ਵੀ ਵਿਅਕਤੀ ਜ਼ਿੰਮੇਵਾਰ ਨਹੀਂ ਹੈ। ਨਿਰਪੱਖ ਭਾਵਨਾ ਨਾਲ ਦੇਖਿਆ ਜਾਵੇ ਤਾਂ ਇਸ ਦੇ ਲਈ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸੋ ਸਰਦਾਰ ਕਪੂਰ ਸਿੰਘ ਦੇ ਉਪਰੋਕਤ ਸਿਧਾਂਤਕ ਵਿਖਿਆਨ ਮੁਤਾਬਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੁਆਰਾ ਦਰਬਾਰ ਸਾਹਿਬ ਭਵਨ ਸਮੂਹ ਨੂੰ ਭਾਰਤੀ ਹਾਕਮਾਂ ਦੇ ਜ਼ੁਲਮਾਂ ਤੇ ਧੱਕੇਸ਼ਾਹੀ ਵਿਰੁੱਧ ਸਿੱਖ ਸੰਘਰਸ਼ ਦਾ ਕੇਂਦਰ ਬਣਾਉਣਾ ਸਿੱਖੀ ਸਿਧਾਂਤਾਂ ਤੇ ਇਤਿਹਾਸਕ ਰਵਾਇਤਾਂ ਦੇ ਅਨੁਕੂਲ ਸੀ ਅਤੇ ਇਸ ਵਿੱਚ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਮਾਣ ਮਰਿਆਦਾ ਨੂੰ ਭੰਗ ਕਰਨ ਵਾਲੀ ਕੋਈ ਵੀ ਗੱਲ ਨਹੀਂ ਸੀ। ਇਸ ਤਰ੍ਹਾਂ ਸੰਤ ਜਰਨੈਲ ਸਿੰਘ ਦੁਆਰਾ ਸਿੱਖ ਕੌਮ ਦੀਆਂ ਜਮਹੂਰੀ ਤੇ ਵਾਜਬ ਮੰਗਾਂ ਤੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਇਨਸਾਫ ਦੀ ਦ੍ਰਿਸ਼ਟੀ ਤੋਂ ਕੋਈ ਗੁਨਾਹ ਨਹੀਂ ਸੀ। ਗੁਨਾਹਗਾਰ ਧਿਰ ਭਾਰਤੀ ਸਟੇਟ ਸੀ ਜਿਸ ਨੇ ਇਸ ਹੱਕੀ ਆਵਾਜ਼ ਨੂੰ ਜਾਬਰ ਹੱਥਕੰਡਿਆਂ ਨਾਲ ਕੁਚਲਣ ਦਾ ਗੈਰ ਜਮਹੂਰੀ ਰੁਖ ਅਪਣਾਇਆ। ਇਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਨਿੰਦਣ ਤੇ ਭੰਡਣ ਦੀ ਥਾਵੇਂ ਨੁਕਤਾਚੀਨੀ ਦੀ ਧਾਰ ਭਾਰਤੀ ਸਟੇਟ ਦੇ ਖਿਲਾਫ ਸੇਧਤ ਕੀਤੇ ਜਾਣ ਅਤੇ ਉਸ ਉੱਤੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਨੂੰ ਬਿਨਾਂ ਸ਼ਰਤ ਪ੍ਰਵਾਨ ਕਰਨ ਲਈ ਜ਼ੋਰਦਾਰ ਦਬਾਅ ਲਾਮਬੰਦ ਕੀਤੇ ਜਾਣ ਦੀ ਅਡੋਲ ਸੇਧ ਅਪਣਾਈ ਜਾਣੀ ਚਾਹੀਦੀ ਸੀ। ਪਤਵੰਤੇ ਸਿੱਖ ਵਰਗ ਤੇ ਵਿਦਵਾਨ ਭਾਈਚਾਰੇ ਨੇ ਸਾਰੇ ਮਸਲੇ ਨੂੰ ਜੇਕਰ ਇਸ ਖਰੇ ਸਿੱਖ ਦ੍ਰਿਸ਼ਟੀਕੋਣ ਤੋਂ ਦੇਖਿਆ ਹੁੰਦਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਉਹਨਾਂ ਦੇ ਮਨਾਂ ਅੰਦਰ ਬਣੇ ਉਲਾਰ ਉਪਭਾਵਾਂ ਤੇ ਤਵੱਸਬਾਂ ਦੀ ਕੋਈ ਵਜ੍ਹਾ ਨਹੀਂ ਸੀ ਰਹਿਣੀ, ਜਿਸ ਨਾਲ ਸਿੱਖ ਕੌਮ ਅੰਦਰ ਪੈਦਾ ਹੋਏ ਬੇਲੋੜੇ ਅੰਦਰੂਨੀ ਵਖਰੇਵਿਆਂ ਤੇ ਬਖੇੜਿਆਂ ਤੋਂ ਸਾਫ਼ ਬਚਿਆ ਜਾ ਸਕਦਾ ਸੀ। ਪਰ ਅਫਸੋਸ ਇਹ ਕਿ ਪਤਵੰਤੇ ਸਿੱਖ ਵਰਗ ਤੇ ਵਿਦਵਾਨ ਭਾਈਚਾਰੇ ਨੇ ਇਸ ਮਾਮਲੇ ਵਿੱਚ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਕੋਲੋਂ ਸੇਧ ਲੈਣ ਦੀ ਥਾਵੇਂ ਸਮਕਾਲੀ ਰਾਜ ਸੱਤਾ ਦਾ ਬੇਲੋੜਾ ਪ੍ਰਭਾਵ ਤੇ ਦਬਾਅ ਕਬੂਲ ਕਰਨ ਦੀ ਕਰੂਚੀ ਪ੍ਰਗਟਾਈ। ਬਾਅਦ ਵਿੱਚ ਜਾ ਕੇ ਸਰਦਾਰ ਖੁਸ਼ਵੰਤ ਸਿੰਘ ਨੇ ਇਹ ਗੱਲ ਨਿਝੱਕ ਕਬੂਲ ਕਰ ਲਈ ਸੀ ਕਿ ਉਸਨੇ ਸੰਤ ਭਿੰਡਰਾਂਵਾਲੇ ਦਾ ਮੁਲਾਂਕਣ ਕਰਨ ਲਈ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਆਧਾਰ ਬਣਾਇਆ ਸੀ, ਨਾ ਕਿ ਸਿੱਖ ਸਿਧਾਂਤਾਂ ਤੇ ਰਵਾਇਤਾਂ ਨੂੰ। ਸੋ ਸਾਰੀ ਗੱਲ ਦਾ ਤੋੜਾ ਇੱਥੇ ਆ ਕੇ ਝੜਦਾ ਹੈ ਕਿ ਪਤਵੰਤੇ ਸਿੱਖ ਵਿਦਵਾਨ ਵਰਗ ਅੰਦਰ ਦੁਸ਼ਮਣ ਨੂੰ ਸਹੀ ਅਨੁਪਾਤ ਵਿੱਚ ਤੱਕਣ ਵਾਲੀ ਅੰਤਰ ਦ੍ਰਿਸ਼ਟੀ ਨਹੀਂ ਸੀ, ਜਿਸ ਕਰਕੇ ਉਸਨੇ ਭਾਰਤੀ ਸਟੇਟ ਦੇ ਟਾਕਰੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਆਪਣੀ ਵਧਵੀਂ ਨਫ਼ਰਤ ਦਾ ਪ੍ਰਗਟਾਵਾ ਕੀਤਾ ਅਤੇ ਜਿਸ ਸਦਕਾ ਸਿੱਖ ਕੌਮ ਅੰਦਰ ਬੇਵਜ੍ਹਾ ਅੰਦਰੂਨੀ ਬਖੇੜੇ ਖੜੇ ਕੀਤੇ, ਦੁਸ਼ਮਣ ਵਰਗ ਨੇ ਜਿਸ ਦਾ ਪੁੱਜ ਕੇ ਲਾਭ ਉਠਾਇਆ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 177 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।